ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਜਿਹੜੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਜਿਹੜੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 12 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ਰਮਾ ਜੀ, ਜਿਵੇਂ ਆਪਾਂ ਕੱਲ ਵੀ ਚਰਚਾ ਕੀਤੀ ਸੀ, ਮੋਦੀ ਨੇ ਜਿਹੜੀਆਂ ਤਕੀਦ ਕੀਤੀ ਹੈ, ਲੋਕਾਂ ਨੂੰ ਜਿਹੜੇ ਉਪਦੇਸ਼ ਦਿੱਤੇ ਨੇ, ਜਿਵੇਂ ਤੁਸੀਂ ਕਿਹਾ ਸੀਗਾ ਕਿ ਲੋਕਾਂ ਨੂੰ ਹੋਰਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਆਪ ਉਹਨਾਂ ਤੇ ਪਹਿਰੇਦਾਰੀ ਹੈ ਨੀ ਗੀ। ਮੋਦੀ ਦੇ 2 ਬੋਲਾਂ ਨੇ ਕਹਿੰਦੇ 2 ਕਰੋੜ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਕਰਤਾ ਜੀ ਕੁਝ ਹੀ ਘੰਟਿਆਂ ਦੇ ਵਿੱਚ। ਪ੍ਰਵੀਨ ਜੀ, ਇੱਕ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਹੁਣ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਜੀ ਸੋਨਾ ਖਰੀਦਣ ਵਾਲੇ ਜਿਹੜੇ ਲੋਕ ਨੇ ਜਾਂ ਕੰਪਨੀਆਂ ਨੇ ਜਾਂ ਕੋਈ ਧਿਰਾਂ ਨੇ ਜਿਹੜੀਆਂ, ਉਹਦੇ ਵਿੱਚ ਘੱਟੋ ਘੱਟ 20 ਤੋਂ 25% ਸਿੱਧੀ ਗਿਰਾਵਟ ਆਏਗੀ। ਠੀਕ ਹੈ। ਸੋ ਇਸ ਲਈ ਕਹਿੰਦੇ ਕਿ ਲੋਕ ਰੋਕ ਲੈਣਗੇ ਜੀ ਤੇ ਉਸ ਦਾ ਅਸਰ ਕਹਿੰਦੇ ਸਿੱਧਾ ਬਾਜ਼ਾਰ ਤੇ ਪੈ ਰਿਹਾ ਕਿ ਸਧਾਰਨ ਵਿਅਕਤੀ ਵੀ ਸੋਚਣ ਲੱਗਾ ਕਿ ਆਪਾਂ ਟਾਲ ਦਈਏ। ਠੀਕ ਹੈ। ਤੇ ਜੇ ਟਲਦਾ ਤਾਂ ਇਹ ਕਹਿੰਦੇ 50% ਤੱਕ ਮਾਰ ਪੈ ਸਕਦੀ ਹੈ ਜਿਹੜਾ ਸੋਨੇ ਦਾ ਕਾਰੋਬਾਰ ਕਰਨ ਵਾਲੇ ਲੋਕ ਨੇ, ਜਿਵੇਂ ਹੈਨਾ। ਮਤਲਬ ਆਪਣੇ ਦਿਮਾਗ ਦੇ ਵਿੱਚ ਪਹਿਲੀਆਂ ਨਜ਼ਰਾਂ 'ਚ ਆਪਣੇ ਪਿੰਡਾਂ ਦੀਆਂ ਦੁਕਾਨਾਂ ਆਉਂਦੀਆਂ, ਜਾਂ ਸੁਨਿਆਰੇ ਦੀ ਦੁਕਾਨ, ਪਤਾ ਨਹੀਂ ਕੀ ਹੈ। ਸਹੀ ਹੈ, ਬਿਲਕੁਲ। ਪਰ ਏਦਾਂ ਨਹੀਂ ਹੁੰਦਾ, ਇਹ ਬਹੁਤ ਵੱਡੀ ਕੜੀ ਹੈ ਇੱਕ। ਦੇਖੋ, ਸੋਨਾ ਢਾਲਣਾ, ਉਹਦੇ ਗਹਿਣੇ ਬਣਾਉਣੇ, ਉਹਦੀ ਕਾਰੀਗਰੀ, ਉਹਦੀ ਸਫਾਈ ਹੈਨਾ, ਉਹਦੇ ਨਕਸ਼ੇ, ਫਿਰ ਉਹਦੇ ਮੋਤੀ ਘੜਨੇ, ਜੇ ਉਹ ਸਾਰਾ ਕੁਝ ਅੱਡ ਅੱਡ ਲੋਕਾਂ ਕੋਲ ਕੰਮ ਜਾਂਦਾ। ਕਈ ਹੱਥਾਂ ਚੋਂ ਕੰਮ ਹੋ ਕੇ ਫਿਰ ਉਹ ਗਹਿਣਾ ਸ਼ੋਰੂਮ 'ਚ ਆ ਕੇ ਸੁਨਿਆਰੀ ਦੁਕਾਨ ਤੇ ਸਜਦਾ ਜੀ। ਸਹੀ। ਸੋ ਇਸ ਲਈ ਉਹ ਕਹਿੰਦੇ ਕਿ ਜੇ ਇਹਦੇ 30, 35, 40, 50% ਤੱਕ ਇਹਦਾ ਖਰਚਾ ਗਿਆ ਤਾਂ ਕੱਲੇ ਸਵਰਨਕਾਰੀ ਕਿੱਤੇ ਨਾਲੇ ਸੰਬੰਧਿਤ 1 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਜਾਣਗੇ। ਸਹੀ। ਉਹਦੇ ਨਾਲ ਕੀ ਹੁੰਦਾ ਕਿ ਅਗਲਾ ਕਹਿੰਦਾ ਵੀ ਹੁਣ ਤਾਂ ਮੈਂ ਤੈਨੂੰ ਡੇਲੀ ਵੇਜ ਤੇ ਕੰਮ ਦਊਂਗਾ, ਜਦੋਂ ਹੋਊਗਾ ਕੰਮ ਤਾਂ ਦੇਵਾਂਗੇ, ਅਸੀਂ ਤਨਖਾਹ ਨਹੀਂ ਦੇ ਸਕਦੇ ਜੀ। ਸਹੀ ਹੈ ਨਾ। ਜਾਂ ਬਈ 4 ਬੰਦੇ 1 ਬੰਦਾ ਰੱਖਾਂਗੇ, 3 ਦੀ ਛੁੱਟੀ ਵਾਲੇ ਕੰਮ ਹੈ ਨਹੀਂਗਾ। ਉਹ ਸਿੱਧਾ ਇਹ ਕਹਿੰਦੇ ਕਿ ਇਹਦੇ ਤੇ ਪ੍ਰਭਾਵ ਹੋਣਾ, ਦੁਕਾਨਾਂ ਤੇ ਕੰਮ ਕਰਨ ਵਾਲੇ ਬੰਦਿਆਂ ਤੇ ਪ੍ਰਭਾਵ ਪੈਣਾ, ਕਾਰੀਗਰਾਂ ਤੇ ਪ੍ਰਭਾਵ ਪੈਣਾ, ਚੀਜ਼ੋ ਪ੍ਰੋਡਕਟਸ ਦੇ ਹਵਾਲੇ। ਇਹ ਵੱਡਾ ਕੰਮ। ਪਰ ਨਰਿੰਦਰ ਮੋਦੀ ਹੋਰਾਂ ਨੇ ਇਕੱਲਾ ਸੋਨਾ ਖਰੀਦਣ ਤੇ ਰੋਕ ਨਹੀਂ ਲਾਈ ਜੀ। ਉਹਨਾਂ ਨੇ ਇਹ ਵੀ ਕਿਹਾ ਕਿ ਵਰਕ ਫਰੋਮ ਹੋਮ, ਉਹ 1 ਵਾਰ ਨਹੀਂ 2 ਦਿਨ ਤੋਂ ਲਗਾਤਾਰ ਦੁਹਰਾ ਰਹੇ ਨੇ ਉਹ ਗੱਲ। ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਸਰਕਾਰ ਸਕੂਲਾਂ ਨੂੰ, ਕਾਲਜਾਂ ਨੂੰ ਹਦਾਇਤ ਕਰਨ ਲਈ ਤਿਆਰ ਹੈ ਕਿ ਵੀ ਤੁਸੀਂ ਹੁਣ ਇਹਨੂੰ ਵਰਕ ਫਰੋਮ ਹੋਮ ਤੇ ਲੈ ਜਾਓ ਸਕੂਲਾਂ ਨੂੰ। ਫਿਰ ਹੋਏਗਾ ਕੀ ਜੀ? ਮਾਸਟਰ ਤਾਂ ਕਲਾਸਾਂ ਲਾਉਣਗੇ, ਬਾਕੀ ਸਟਾਫ ਉਹ ਕੀ ਕਰੂਗਾ? ਪ੍ਰਾਈਵੇਟ ਅਦਾਰਿਆਂ ਦੇ ਸਿੱਧੇ ਫਾਰਮ ਹੁੰਦੇ ਆ ਕਿ ਜਿੱਦਣ ਕੰਮ ਉਦਣ ਤਨਖਾਹ। ਸਹੀ ਹੈ, ਬਿਲਕੁਲ ਜੀ। ਫਿਰ ਹੋਏਗਾ ਕੀ? ਚੌਥਾ ਦਰਜਾ ਕਰਮਚਾਰੀ, ਸਫਾਈ ਕਰਮੀ ਹੈਨਾ, ਡਰਾਈਵਰ, ਕਾਰਾਂ ਗੱਡੀਆਂ ਵਾਲੇ, ਉਹਨਾਂ ਨੂੰ ਕਹਿਣਗੇ ਵੀ ਜਾਓ ਕਰਨ, ਤੁਹਾਡੀ ਜਦੋਂ ਕੰਮੇ ਲੈ ਰਹੇ ਤੁਹਾਡੀ ਤਨਖਾਹ। ਹੋਰ ਛੱਡੋ, ਸਕੂਲਾਂ ਨਾਲ ਬੱਸਾਂ ਵੈਨਾਂ ਲੱਗੀਆਂ ਹੁੰਦੀਆਂ, ਉਹ ਕੰਪਨੀਆਂ ਦੀਆਂ ਹੁੰਦੀਆਂ, ਕਿਸੇ ਨਾ ਕਿਸੇ ਦੀਆਂ ਟਰਾਂਸਪੋਰਟ ਬਣਾਈ ਹੁੰਦੀ ਉਹਨਾਂ ਨੇ, ਉਹਨਾਂ ਦੀ ਡੀਲ ਤਾਂ ਚੱਲੂਗੀ। ਪਰ ਜਿਹੜੇ ਉਸ ਬੱਸ ਦੇ ਵਿੱਚ ਡਰਾਈਵਰ ਨੇ, ਕੰਡਕਟਰ ਨੇ, ਜਿਹੜੀਆਂ ਔਰਤਾਂ ਵਿਚਾਰੀਆਂ ਅੱਜ ਕੱਲ੍ਹ ਬੱਚੇ ਚੜਾਉਣ ਲਈ ਕੰਮ ਕਰਦੀਆਂ ਨੇ, ਕਰਨ ਲਈ ਕੰਮ, ਉਹਨਾਂ ਨੂੰ ਕਹਿਣਗੇ ਬਈ ਜੇ ਤੁਹਾਡਾ ਕੰਮ ਹੀ ਨਹੀਂ, ਤੁਹਾਡੀ ਤਨਖਾਹ ਕਾਹਦੀ ਜੀ। ਸਹੀ ਹੈ। ਉਹ ਪ੍ਰਭਾਵਿਤ ਹੋ ਰਹੇ ਨੇ। ਹੋਰ ਛੱਡੋ, ਨਰਿੰਦਰ ਮੋਦੀ ਦੇ ਨਾਲ ਬੋਲਾਂ ਤੋਂ ਬਾਅਦ ਨੀਤੀ ਆਯੋਗ ਸਾਹਮਣੇ ਆਇਆ ਜੀ। ਨੀਤੀ ਆਯੋਗ ਕਹਿੰਦਾ ਵੀ ਨਿਰਮਾਣ ਕਾਰਜਾਂ ਦੇ ਉੱਤੇ ਅਸੀਂ ਰੋਕ ਲਾਉਣ ਦੀ ਸਿਫਾਰਿਸ਼ ਕਰਦੇ ਹਾਂ ਕਿ ਅਗਲੇ 1 ਸਾਲ ਦੇ ਲਈ, 2 ਸਾਲ ਦੇ ਲਈ ਨਿਰਮਾਣ ਕਾਰਜਾਂ ਤੇ ਰੋਕ ਲਾਉਂਦੇ ਹਾਂ। ਠੀਕ ਹੈ। ਹੁਣ ਸਵਾਲ ਤਾਂ ਇਹ ਹੈ ਕਿ ਜਿਹੜਾ ਕੰਮ
ਚੱਲ ਰਿਹਾ ਕੀ ਉਹ ਰੋਕ ਦਿੱਤੇ ਜਾਣਗੇ ਜਾਂ ਨਵੇਂ ਕੰਮਾਂ ਤੇ ਰੋਕ ਲੱਗੇ ਜੀ। ਜੇ ਚੱਲਦੇ ਕੰਮ ਰੋਕੇ ਜਾਂਦੇ ਨੇ ਤਾਂ ਫਿਰ ਹੋਰ ਪ੍ਰਭਾਵ ਪੈਣਾ ਉਹਦਾ, ਕਿਉਂਕਿ ਇੱਕ ਸਮਾਂ ਹੱਦ ਡੀਲ ਹੁੰਦੀ ਆ, ਕੰਟਰੈਕਟ ਹੁੰਦਾ, ਉਹ ਸਾਰਾ ਕੁਝ ਹੈ, ਤੇ ਉਹਦੇ ਨਾਲ ਉਹ ਜਿਹੜੀ ਚੀਜ਼ ਕਦੋਂ ਕੰਪਲੀਟ ਹੋਣੀ ਆ ਉਹ ਅੱਧ ਬਾਟੇ ਰੁਕਦੀ ਆ, ਫਿਰ ਮੁੜ ਕੇ ਕਿਵੇਂ ਕੰਪਲੀਟ ਹੋਊਗਾ, ਨੂੰ ਸਰਕਾਰ ਬਦਲਦੀ ਹੈ, ਕੀ ਹੁੰਦਾ, ਵੱਡੇ ਸਵਾਲ ਨੇ ਜੀ। ਸਹੀ ਹੈ। ਪਰ ਜੇ ਕੰਮ ਗਾਹਾਂ ਤੋਂ ਸ਼ੁਰੂ ਨਹੀਂ ਹੋਣੀ, ਨੀਤੀ ਆਯੋਗ ਨੇ ਦੇਣੇ ਹੀ ਨਹੀਂ ਟੈਂਡਰ, ਕੁਝ ਨਹੀਂ ਦੇਣੇ, ਤਾਂ ਠੇਕੇਦਾਰ ਉਹ ਤਾਂ ਕੋਈ ਹੋਰ ਕਰ ਲੂਗਾ, ਲੇਬਰ ਕੀ ਕਰੂਗੀ। ਤੇ ਕਹਿੰਦੇ ਕਿ ਇਹ ਸਾਰੇ ਛੋਟੇ ਕਿੱਤੇ ਨਾਲ ਸੰਬੰਧਿਤ ਕਾਰੋਬਾਰੀ ਵੀ 1 ਕਰੋੜ ਤੋਂ ਵੱਧ, ਮੋਟਾ ਅੰਦਾਜ਼ਾ ਜੇ ਮਾਇਨਾ ਦਾ। ਜੀ। ਅਜੇ ਤਾਂ ਪਹਿਲਾਂ ਜਿਹੜੇ ਗੈਸ ਸਿਲੰਡਰ ਕਰਕੇ ਹੀ ਪ੍ਰਭਾਵਿਤ ਹੋ ਕੇ ਪਿੰਡਾਂ ਨੂੰ ਚਲੇ ਗਏ, ਸ਼ਹਿਰ ਛੱਡ ਕੇ, ਮਹਿੰਗਾਈ ਕਰਕੇ ਸ਼ਹਿਰ ਛੱਡ ਕੇ ਪਿੰਡਾਂ ਨੂੰ ਵਾਪਸ ਮੁੜ ਕੇ, ਉਹ ਤਾਂ ਗਿਣਤੀ 'ਚ ਨਹੀਂ ਅਜੇ ਕਿਸੇ 'ਚ। ਸਹੀ ਹੈ, ਬਿਲਕੁਲ। ਮਤਲਬ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਸਾਡੇ ਸੰਪਰਕ 'ਚ 5-6 ਬੰਦੇ ਅਜਿਹੇ ਸੀ ਜਿਹੜੇ ਛੋਟੇ ਸਮਾਗਮਾਂ 'ਚ ਦਾਲ ਰੋਟੀ ਦਾ ਪ੍ਰਬੰਧ ਕਰਕੇ ਦਿੰਦੇ ਸੀ। ਠੀਕ ਹੈ। ਅੱਜ ਦੀ ਤਰੀਕ 'ਚ ਇੱਕ ਬੰਦਾ ਨਹੀਂ ਮਿਲ ਰਿਹਾ, ਨਾ ਕਰਕੇ ਅਗਲੇ ਕਹਿੰਦੇ ਜੀ ਅਸੀਂ ਤਾਂ ਪਿੰਡਾਂ ਨੂੰ ਚੱਲ ਗਏ ਜੀ, ਜਾਂ ਅਸੀਂ ਕੰਮ ਛੱਡਤਾ ਜੀ, ਕਿਉਂਕਿ ਕਹਿੰਦੇ ਜੀ ਸਿਲੰਡਰ ਜਿਹੜਾ 3000 ਦਾ ਹੁਣ ਕਰਤਾ ਕਮਰਸ਼ੀਅਲ, ਸਾਨੂੰ ਤਾਂ ਬਲੈਕ 'ਚ ਵੀ 5-5000 ਤੋਂ ਉੱਪਰ ਮਿਲ ਰਹੀ ਹੈ ਜੀ। ਸਹੀ। ਤੇ ਹੁਣ ਮੋਦੀ ਦੀ ਹਦਾਇਤ ਤੋਂ ਬਾਅਦ ਤਾਂ ਬਹਾਨਾ ਹੋਰ ਮਿਲ ਜਾਣਾ ਜੀ, ਬਹੁਤ ਸਖਤੀ ਹੈ ਜੀ, ਐ ਨਹੀਂ ਜੀ ਹੁਣ ਤਾਂ ਉਪਲਬਧ ਨਹੀਂ, ਤਰੀਕਾ ਜਦੇ ਬਦਲ ਜਾਂਦਾ ਨਾ। ਜੀ। ਸੋ ਇਸ ਲਈ ਇਹ ਸਾਰਾ ਘਾਲਾ ਮਾਲਾ ਸਿੱਧਾ ਆਮ ਲੋਕਾਂ ਤੇ ਅਸਰ ਪਾਊਗਾ, ਛੋਟੇ ਕਾਰੋਬਾਰੀਆਂ ਤੇ ਅਸਰ ਪਾਊਗਾ, ਦੁਕਾਨਦਾਰ ਤੇ ਅਸਰ ਪਾਊਗਾ, ਹੈ ਨਾ, ਤੇ ਮਹਿੰਗਾਈ ਇੰਨੀ ਹੈ ਕਿ ਖਰੀਦ ਤੇ ਅਸਰ ਪਾਊਗਾ, ਤੇ ਜਿਹੜੇ ਲੋਕਾਂ ਦੀ ਨੌਕਰੀ ਜਾਣੀ ਉਹ ਵੈਸੇ ਹੀ ਖਰੀਦ ਸ਼ਕਤੀ ਘਟ ਜਾਣੀ ਆ। ਸੋ ਇਹ ਇੱਕ ਵੱਡੇ ਸੰਕਟ ਵੱਲ ਜਿਹਦਾ ਆਪਾਂ ਇਸ਼ਾਰਾ ਕਰ ਰਹੇ ਸੀ, ਉਹਦਾ ਕੋਈ ਨਾ ਕੋਈ ਚਿਹਰਾ ਮੋਹਰਾ ਉੱਪਰ ਦੇ ਸਾਹਮਣੇ ਆਉਣ ਲੱਗ ਪਿਆ। ਜੇ 2 ਕਰੋੜ ਲੋਕ ਸਿੱਧੇ ਅੱਜ ਦੇ ਅਸੀਂ 2 ਦਿਨਾਂ ਦੇ ਹਵਾਲੇ ਨਾਲ ਚਿੰਤਾ ਕਰ ਰਹੇ ਹਾਂ ਕਿ ਪ੍ਰਭਾਵਿਤ ਹੋ ਰਹੇ ਨੇ, ਤਾਂ ਆਉਂਦੇ ਦਿਨਾਂ 'ਚ ਕੀ ਹੋਏਗਾ, ਇਹ ਤਾਂ ਸਾਲ ਦੀਆਂ ਗੱਲਾਂ ਕਰਦੇ ਸੀ। ਜੀ ਬਿਲਕੁਲ ਸਹੀ ਹੈ। ਤੇ ਅਗਲੀ ਗੱਲ ਕਰੀਏ, ਜਿਹੜੀ ਇੱਕ ਖਬਰ ਦੀ ਹੋਰ ਦੀ ਖਾਸੀ ਚਰਚਾ ਹੋਈ ਹੈ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ, ਪੰਜਾਬ ਦੀਆਂ ਖਬਰਾਂ ਦੇ ਲਿਹਾਜ਼ ਦੇ ਨਾਲ ਸ਼ਰਮਾ ਜੀ, ਉਹ ਹੈ ਕਿ ਵਿਜੀਲੈਂਸ ਦੇ ਉੱਤੇ ਸੀਬੀਆਈ ਦੀ ਰੇਡ ਹੋਈ ਹੈ। ਇਸ ਰੇਡ ਨੂੰ ਲੈ ਕੇ ਡਰਾਮੇ ਦੇ ਸਵਾਲ ਉੱਠ ਰਹੇ ਨੇ ਜੀ। ਹੁਣ ਦੇਖੋ, ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਜੀ ਕਿ ਕੇਂਦਰੀ ਏਜੰਸੀ ਨੇ ਇੱਕ ਸੂਬਾਈ ਏਜੰਸੀ ਦੇ ਉੱਤੇ ਰੇਡ ਕੀਤੀ। ਸਹੀ ਹੈ, ਬਿਲਕੁਲ। ਹੁਣ ਇਹ ਮਾਮਲਾ ਕੀ ਨਿਕਲਦਾ ਜੀ ਕਿ ਕੋਈ ਜੀ ਟੈਕਸ ਦਾ ਮਾਮਲਾ ਹੈ ਜੀ, ਉਹਦਾ ਕੇਸ ਹੈ ਜੀ ਵਿਜੀਲੈਂਸ ਕੋਲ ਜੀ, ਉਹ ਸੈਟਲਮੈਂਟ ਲਈ ਜੀ ਵਿਜੀਲੈਂਸ ਦੇ 2 ਦਲਾਲ ਨੇ ਜੀ, ਵਿਜੀਲੈਂਸ ਦੇ ਇੱਕ ਅਧਿਕਾਰੀ ਦਾ ਰੀਡਰ ਹੈ ਜੀ, ਉਹ ਸੌਦਾ ਉਹਦੇ ਨਾਲ ਕਰਵਾਇਆ ਜਾ ਰਿਹਾ ਜੀ, ਹੋਟਲ 'ਚ ਬੈਠ ਕੇ ਡੀਲ ਸੀ ਜੀ, 20 ਲੱਖ ਦੀ ਗੱਲ ਸੀ ਜੀ, 13 ਲੱਖ ਦੇ ਵਿੱਚ ਗੱਲ ਨਿਬੜ ਗਈ ਜੀ। ਉੱਪਰ ਦੀ ਜਦੋਂ ਦੇਣ ਲੈਣ ਹੋ ਰਿਹਾ ਸੀ ਵਿਜੀਲੈਂਸ ਦੇ ਉੱਤੇ, ਮਤਲਬ ਕਿ ਵਿਜੀਲੈਂਸ ਦਾ ਉਹ ਰੀਡਰ ਵੀ ਸੀਗਾ ਅਧਿਕਾਰੀ ਦਾ ਜੀ, ਤੇ ਉਹ ਦਲਾਲ ਵੀ ਸੀ, ਉਹਨਾਂ ਤੇ ਰੇਡ ਸੀਬੀਆਈ ਦੀ ਪੈ ਗਈ ਜੀ। ਬੰਦੇ ਨਿਕਲ ਕੇ ਭੱਜ ਲਏ ਜੀ, ਇੱਕ ਮੌਕੇ ਤੇ ਫੜ ਲਿਆ ਜੀ, 2 ਜਾ ਕੇ ਅੰਬਾਲੇ ਅੰਬੂਲੇ ਤੇ ਫੜ ਲਏ ਜੀ। ਅਧਿਕਾਰੀ ਦਾ ਰੀਡਰ ਫਰਾਰ ਹੈ ਜੀ। ਹੁਣ ਇਹ ਸਾਰੀ ਕਾਰਵਾਈ ਰਾਤ ਦੇ ਹਨੇਰੇ 'ਚ ਹੁੰਦੀ ਹੈ ਜੀ, ਤੇ ਇਸ ਤੋਂ ਬਾਅਦ ਮਾਮਲਾ ਇਹ ਆਉਂਦਾ ਕਿ ਦਿਨ ਚੜ੍ਹਦੇ ਰੌਲਾ ਪੈ ਜਾਂਦਾ ਜੀ ਕਿ ਰਾਤ ਨੂੰ ਇਹ ਸੀਬੀਆਈ ਤੇ ਵਿਜੀਲੈਂਸ ਦੇ ਦਫ਼ਤਰ ਤੇ ਰੇਡ ਕਰ ਜੀ। ਹੁਣ ਬਈ ਰਾਤ ਨੂੰ ਕੀ ਲੱਭਣ ਗਈ ਸੀਬੀਆਈ ਕੋਲੇ ਜੀ। ਫਿਰ ਕਹਿੰਦੇ ਵੀ ਨਹੀਂ ਕਿ ਉਹ ਰੀਡਰ ਜਿਹੜਾ 2 ਪਿਓ ਪੁੱਤ ਤਾਂ ਫੜ ਲਏ, ਜਾਂ ਇੱਕ ਹੋਰ ਬੰਦਾ ਫੜ ਲਿਆ, 3 ਜਣੇ ਦਾ ਫੜ ਲਏ, ਉਹਦਾ ਪੇਸ਼ ਵੀ ਕਰਕੇ, ਹੈ ਨਾ, ਇੱਕ ਹੁੰਦਾ ਜੁਡੀਸ਼ੀਅਲ ਹਿਰਾਸਤ 'ਚ ਭੇਜਤਾ, 2 ਦਾ ਰਿਮਾਂਡ ਵੀ ਲੈ ਲਿਆ, ਪਿਓ ਪੁੱਤ ਦਾ ਰਿਮਾਂਡ ਵੀ ਲੈ ਲਿਆ। ਪਰ ਜਿਹੜਾ ਤੀਜਾ ਰੀਡਰ ਫਰਾਰ ਸੀ, ਕਹਿੰਦੇ ਜੀ ਉਹਨੂੰ ਲੱਭਦੇ ਵਿਜੀਲੈਂਸ ਦੇ ਦਫ਼ਤਰ ਤੱਕ ਚਲੀ ਗਈ ਸੀਬੀਆਈ। ਕਾਰਨ ਕਹਿੰਦੇ ਜੀ ਉਹਦੀ ਰਾਤ ਨੂੰ ਲੋਕੇਸ਼ਨ ਟ੍ਰੇਸ ਹੋ ਗਈ ਸੀ, ਤਾਂ ਉੱਥੇ ਸੀ। ਉਹ ਬੰਦੇ ਕਹਿੰਦੇ ਵੀ ਰਾਤ ਨੂੰ ਬੰਦਾ ਦਫ਼ਤਰ ਜਾਊਗਾ। ਸਹੀ ਹੈ ਜੀ। ਤੇ ਕੁਝ ਤਰ੍ਹਾਂ ਕਹਿੰਦੀਆਂ ਹੋ ਸਕਦਾ ਵੀ ਕਾਗਜ਼ ਪੱਤਰ ਇੱਧਰ ਉੱਧਰ ਕਰਨ ਦਾ ਫਿਕਰ ਪੈ ਗਿਆ ਹੋਵੇ ਉਹਨੂੰ, ਕਿ ਮੈਂ ਹੋਰ ਮਾਮਲੇ ਵੀ ਪਏ ਨੇ ਉੱਥੇ, ਹੋਰ ਕੁਝ ਵੀ ਪਿਆ, ਇਸ ਲਈ ਹੋਵੇ ਸੀਬੀਆਈ ਉੱਥੇ ਆ ਗਈ ਜੀ। ਚਲੋ ਰਾਤ ਦਾ ਰੌਲਾ ਦਿਨੇ ਲਗਭਗ ਦੁਪਹਿਰ ਤੱਕ ਪਹਿਲੀ ਮੰਜ਼ਿਲ ਤੇ ਰਹੀ, ਜਿੱਥੇ ਵਿਜੀਲੈਂਸ ਦਾ ਚੀਫ ਵੀ ਬੈਠਦਾ। ਠੀਕ ਹੈ ਜੀ। ਉੱਥੇ ਤੱਕ ਪਹਿਲੀ ਮੰਜ਼ਿਲ ਦੇ ਉੱਤੇ ਖਾਸਾ ਕੁਝ ਕਹਿੰਦੇ ਪੁੱਛ ਗਿੱਛ ਛਾਣਬੀਣ ਜੇ ਉਹ ਸਾਰਾ ਕੁਝ ਹੁੰਦਾ। ਹੁਣ ਵਿਕਰਮ ਮਜੀਠੀਆ ਦੀ ਸੁਣੀਏ ਤਾਂ ਉਹ ਕਹਿੰਦਾ ਰੀਡਰ ਗ੍ਰਿਫਤਾਰ ਹੈ, ਜਾਣ ਕੇ ਅਨਾਉਂਸ ਨਹੀਂ ਕਰ ਰਹੇ। ਠੀਕ ਹੈ। ਮਤਲਬ ਅੱਜ ਕੱਲ੍ਹ ਪੱਤਰਕਾਰਾਂ ਨਾਲੋਂ ਵੱਧ ਖਬਰ ਦਾ ਵਿਕਰਮ ਮਜੀਠੀਆ ਕੋਲ ਹੁੰਦੀ ਹੈ। ਸਹੀ ਹੈ। ਤੇ ਇਸ ਲਈ ਉਹ ਤਾਂ ਇਹ ਕਹਿੰਦਾ ਕਿ ਹਾਂ ਵੀ ਕਿ ਇਹਨਾਂ ਦੀ ਗ੍ਰਿਫਤ 'ਚ ਜਾਣ ਕੇ ਜੇ ਦੱਸ ਨਹੀਂ ਰਹੇ। ਠੀਕ ਹੈ। ਪਰ ਸਵਾਲ ਵੱਡਾ ਇਹ ਹੈ ਕਿ ਹੁਣ 2 ਧਿਰਾਂ ਆਮੋ ਸਾਹਮਣੇ ਨੇ। ਬੀਜੇਪੀ ਕਹਿੰਦੀ ਦੇਖ ਲਓ ਵੀ ਇਹਨਾਂ ਦੀ ਵਿਜੀਲੈਂਸ ਭ੍ਰਸ਼ਟ ਹੈ, ਜਿਹਨੂੰ ਇਹਨਾਂ ਨੇ ਚਾਰਜ ਦਿੱਤਾ ਹੋਇਆ ਕਿ ਭ੍ਰਸ਼ਟਾਚਾਰ ਰੋਕਣ ਦਾ, ਉਹਦੇ ਪਰ ਵੀ ਰੇਡਾਂ ਪੈਣ ਲੱਗ ਪਈਆਂ ਜੀ। ਸਹੀ ਹੈ। ਤੇ ਇੱਧਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਜਿਹੜੇ 2 ਬੰਦੇ ਫੜ ਹੋਏ ਨੇ ਉਹ ਤਾਂ ਬੀਜੇਪੀ ਦੇ ਨੇ,
ਉਹਦਾ ਸੰਬੰਧ ਮਲੋਟ ਨਾਲ ਹੈ ਜੀ, ਤੇ ਉਹ ਤਾਂ ਜੀ ਯੁਵਾ ਮੋਰਚਾ ਦੇ ਭਾਜਪਾ ਦੇ ਉਹਦੇ ਨੁਮਾਇੰਦਾ ਜੀ ਉਹ ਮੁੰਡਾ ਤਾਂ, ਤੇ ਇਸ ਲਈ ਇਹਨਾਂ ਦਾ ਸੰਘ ਦਾ ਇਹਦਾ ਸੰਘ ਨਾਲ ਸੰਪਰਕ ਹੈ ਜੀ, ਬੀਜੇਪੀ ਨਾਲ ਤਾਲਮੇਲ ਹੈ ਜੀ। ਇਹ ਤਾਂ ਇਹਨਾਂ ਦੇ ਇਹ ਫੜ ਹੋਏ ਨੇ ਜੀ, ਦਲਾਲ ਫੜ ਹੋਏ ਨੇ, ਵਿਜੀਲੈਂਸ ਦਾ ਕੋਈ ਲੈਣਾ ਦੇਣਾ। ਉਹ ਕਹਿੰਦੇ ਵਿਜੀਲੈਂਸ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਕਹਿੰਦੇ ਕਿ ਖਬਰ ਬੜੀ ਕਰਨ ਲਈ ਰੇਡ ਮਾਰੀ ਹੈ ਜੀ ਵਿਜੀਲੈਂਸ ਦਾ ਅਫਸਰ, ਨਹੀਂ ਤਾਂ ਇਹ ਤਾਂ ਹੋਟਲ ਦੇ ਉੱਤੇ ਇੱਕ 13 ਲੱਖ ਦੇ ਮਾਮਲੇ ਦੀ ਰੇਡ ਸੀ। ਠੀਕ ਹੈ। ਹੁਣ ਇਹ ਆਪਣਾ ਨਰੇਟਿਵ ਸਿਰਜ ਰਹੇ ਨੇ, ਆਪਣਾ ਸਿਰਜ ਰਹੇ ਨੇ, ਪਰ ਸਭ ਨੂੰ ਪਤਾ ਹੈ ਕਿ ਹੁਣ ਏਜੰਸੀਆਂ ਦਾ ਡੇਰਾ ਪੰਜਾਬ ਹੈ ਜੀ। ਬਿਲਕੁਲ। ਤੇ ਇਸ ਤਰੀਕੇ ਨਾਲ ਇਸ ਘਟਨਾ ਨੂੰ ਆਪਣੇ ਤਰੀਕੇ ਨਾਲ ਆਪਣੇ ਬਚਾਅ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਚਰਚਾ ਖੂਬ ਹੈ ਜਨਾਬ, ਕਿਉਂਕਿ ਜੇ ਉਹ ਰੀਡਰ ਦਾ ਵੀ ਮਾਮਲਾ ਹੈ ਤਾਂ ਕੀ ਰੀਡਰ ਆਪਣੇ ਦਮ ਤੇ ਹੀ ਸੌਦੇ ਕਰੀ ਜਾਂਦਾ, ਲੋਕਾਂ ਦੀ ਕੇਸ ਆਪੇ ਨਿਬੜੀ ਜਾਂਦਾ? ਸਹੀ ਹੈ। ਇਹ ਆਪਣੇ ਆਕਾ ਦੇ ਦਮ ਤੇ ਨਿਬੜਦਾ, ਤੇ ਆਕਾ ਚ ਇੰਨੀ ਤਾਕਤ ਹੈ ਕਿ ਉਹ ਆਪਣੇ ਚੀਫ ਨੂੰ ਇੱਕ ਪਾਸੇ ਕਰਕੇ ਫੈਸਲੇ ਕਰਦਾ ਹੋਵੇ। ਸਹੀ ਹੈ, ਬਿਲਕੁਲ। ਤੇ ਜੇ ਚੀਫ ਦੀ ਇਨਵੋਲਵਮੈਂਟ ਹੈ ਤਾਂ ਫਿਰ ਡੀਜੀਪੀ ਦੀ ਜਵਾਬਦੇਹੀ ਨਹੀਂ ਜੀ ਬਣਦੀ ਹੈ। ਬਿਲਕੁਲ। ਵਿਭਾਗ ਤਾਂ ਉਹਦੇ ਅਧੀਨ ਆਉਂਦਾ, ਤੇ ਜੇ ਡੀਜੀਪੀ ਤੋਂ ਸਵਾਲ ਬਣਦਾ ਤਾਂ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰਾਲਾ ਤੁਹਾਡੇ ਕੋਲ, ਤੁਹਾਡਾ ਵੀ। ਤੇ ਫਿਰ ਮੁੱਖ ਮੰਤਰੀ ਸਾਹਿਬ ਗਦਾਰ ਲਿਖਿਆ ਸੀ ਜਦੋਂ 6 ਜਣੇ ਗਏ, ਹੁਣ ਆਪਣੇ ਘਰ ਦੇ ਬੂਹੇ ਤੇ ਲਿਖਣ ਦੀ ਹਿੰਮਤ ਹੈ? ਸਹੀ ਹੈ। ਤੁਹਾਡੇ ਵੀ ਕਰੋ ਗਿਆ ਬੰਦਾ ਜੀ। ਜਦੋਂ ਗੱਲ ਤੇ ਪ੍ਰੈਸ ਕਾਨਫਰੰਸਾਂ ਕਰਦੇ ਸੀ, ਹੁਣ ਉਹ ਪ੍ਰੈਸ ਕਾਨਫਰੰਸਾਂ ਕਿਉਂ ਨਹੀਂ ਹੋ ਰਹੀਆਂ? ਪੰਜਾਬ 'ਚ ਸਿਆਸੀ ਸੱਥਰ ਵਿਛਿਆ ਹੋਇਆ, ਮੌਤ ਵਰਗਾ ਸਨਾਟਾ ਹੈ ਹੁਣ ਸਰਕਾਰ ਦੇ ਘਰ 'ਚ। ਸਹੀ ਹੈ। ਹੁਣ ਚੁੱਪ ਵਰਤੀ ਹੋਈ ਹੈ, ਪਰ ਉਹ ਸ਼ਮਸ਼ਾਨ ਘਾਟ ਵਰਗੀ ਚੁੱਪ ਹੈ। ਕਾਰਨ ਕੇਜਰੀਵਾਲ ਵੀ ਹੋਰ ਗੱਲਾਂ ਤੇ ਬੋਲਦਾ, ਮਨੀਸ਼ ਸਿਸੋਦੀਆ ਵੀ ਹੋਰ ਗੱਲਾਂ ਤੇ ਬੋਲ ਰਿਹਾ, ਹੁਣ ਸੀਬੀਆਈ ਈਡੀ ਤੇ ਬੋਲਣ ਦੀ ਵੀ ਹਿੰਮਤ ਨਹੀਂ। ਸੋ ਇਹਦੇ ਅਰਥ ਕੀ ਲਾਉਂਗੇ ਜੀ? ਸਹੀ ਹੈ ਕਿ ਕੀ ਸਰਕਾਰ ਕਿਸੇ ਡਰ 'ਚ ਹੈ, ਕੀ ਫਿਕਰ 'ਚ ਹੈ? ਇਹਦਾ ਮਤਲਬ ਇਹ ਨਹੀਂਗਾ ਕਿ ਏਜੰਸੀਆਂ ਨੂੰ ਕਲੀਨ ਚਿੱਟ ਮਿਲ ਗਈ ਕਿ ਹਾਂ ਉਹਨਾਂ ਦੀ ਦੁਰਵਰਤੋਂ ਨਹੀਂ ਹੁੰਦੀ ਜੀ। ਸਹੀ ਹੈ। ਪਰ ਜੇ ਉਹਨਾਂ ਦੀ ਦੁਰਵਰਤੋਂ ਹੁੰਦੀ ਹੈ, ਤੁਸੀਂ ਹਮਲਾਵਰ ਹੋ ਕੇ ਉਹਨੂੰ ਸਵਾਲ ਕਿਉਂ ਨਹੀਂ ਕਰ ਪਾ ਰਹੇ? ਤੁਸੀਂ ਬਾਹਰ ਮੀਡੀਆ 'ਚ ਕਿਉਂ ਨਹੀਂ ਆ ਪਾ ਰਹੇ? ਨਾ ਤਾਂ ਦਾਲ 'ਚ ਕਾਲਾ ਹੈ ਕੁਝ, ਤੁਸੀਂ ਉਹ ਕੰਮ, ਕਿਉਂਕਿ ਅੱਜ ਦੀ ਤਰੀਕ 'ਚ ਸਰਕਾਰਾਂ ਸਿਆਸਤ ਧਿਰਾਂ ਦੇ ਅੰਦਰ ਤੁਸੀਂ ਕਹਿ ਨਹੀਂ ਸਕਦੇ ਕਿ ਭ੍ਰਿਸ਼ਟਾਚਾਰ ਨਹੀਂ ਹੈਗਾ। ਉਹ 10 ਦਾ 100 ਬਣਾ ਸਕਦੇ ਨੇ ਜੀ। ਠੀਕ ਹੈ, ਉਹ ਆਟੇ 'ਚ ਲੂਣ ਤਾਂ ਪੈਸਾ, ਉਹਦਾ ਲੂਣ ਝਾਟਾ ਨਹੀਂ ਪੈਣਾ। ਬਿਲਕੁਲ। ਸੋ ਇਸ ਲਈ ਇਹਨਾਂ ਦੀ ਚੁੱਪ ਸੰਕੇਤ ਕਰਦੀ ਹੈ ਕਿ ਇਹਨਾਂ ਨੂੰ ਡਰ ਹਰੇਕ ਨੂੰ ਆਪਣਾ ਪੈ ਗਿਆ ਕਿ ਮੇਰੇ ਵੀ ਖੰਭਾਂ ਨੂੰ ਰਬੜ ਨਾ ਪਾ ਦੇਣ, ਜਿੰਨਾ ਮੈਂ ਉਡਣਾ ਸੀ ਉੱਡ ਲਿਆ। ਸੋ ਇਸ ਲਈ ਇਹ ਡਰ ਦੇ ਵਿੱਚੋਂ ਇਹ ਚੁੱਪ ਹੈ। ਤੇ ਹੁਣ ਇਹ ਕਹਿ ਰਹੇ ਨੇ ਜੀ ਕਿ ਸੀਬੀਆਈ ਨੇ ਡਰਾਮਾ ਕੀਤਾ, ਖਬਰ ਬਣਾਉਣ ਦੀ ਰੇਡ ਕੀਤੀ ਹੈ। ਉਹ ਕਹਿੰਦੇ ਨਾ ਜੀ, ਇਹ ਤਾਂ ਫੜੇ ਗਏ, ਸਾਰੇ ਫੜੇ ਜਾਣਗੇ ਜੀ। ਸਹੀ ਹੈ, ਬਿਲਕੁਲ। ਤੇ ਤੁਸੀਂ ਜਿਵੇਂ ਦੱਸਿਆ ਸੀਗਾ ਇਸ ਖਬਰ ਦੀ ਚਰਚਾ ਦੇ ਦਰਮਿਆਨ ਕਿ ਹੁਣ ਜਿਹੜਾ ਏਜੰਸੀਆਂ ਨੇ ਉਹਨਾਂ ਦਾ ਡੇਰਾ ਪੰਜਾਬ ਦੇ ਵਿੱਚ ਹੈ, ਲੀਡਰਾਂ ਦੇ ਵਿੱਚ ਖਾਸੇ ਤੌਖਲੇ ਨੇ, ਅਫਸਰਾਂ ਦੇ ਵਿੱਚ ਵੀ ਖਾਸਾ ਮਾਣ ਹੈ। ਹਾਈ ਕੋਰਟ ਵੱਲ ਨੂੰ ਕਿਉਂ ਲੀਡਰਾਂ ਦੀ ਦੌੜ ਲੱਗ ਰਹੀ ਹੈ ਜੀ? ਪ੍ਰਵੀਨ ਜੀ, ਵੈਸੇ ਤਾਂ ਸਰਕਾਰ ਦੀ ਦੌੜ ਵੀ ਬਹੁਤ ਲੱਗਦੀ ਹੈ ਹਾਈ ਕੋਰਟ ਵੱਲ। ਸਰਕਾਰ ਨੂੰ ਤਾਂ ਝਾੜ ਵੀ ਬਹੁਤ। ਪੰਜਾਬ ਸਰਕਾਰ ਕੋਈ ਵੀ ਮਾਮਲਾ ਆ ਜਾਵੇ, ਸਾਡਾ VVMB ਵਾਲਾ ਮਾਮਲਾ, ਸਾਡਾ ਜੀ ਆ ਪੇਂਡੂ ਵਿਕਾਸ ਫੰਡ ਜੀ, ਆ GST ਜੀ, ਆ ਜੀ ਕੇਂਦਰ ਜੀ ਆ ਅਧਿਕਾਰੀ ਨਹੀਂ ਲਾਉਂਦਾ ਜੀ, ਆ ਅਸੀਂ ਪਾਣੀ ਲੈਣਾ ਜੀ, ਆ ਪਾਣੀ ਦਾ ਮੁੱਲ ਲੈਣਾ ਜੀ, ਜਿਹੜੀ ਵੀ ਗੱਲ ਅਸੀਂ ਚੱਲੇ ਜੀ ਹਾਈ ਕੋਰਟ। ਵੀ ਰਾਜਨੀਤਿਕ ਜਮਾਤ ਰਾਜਨੀਤਿਕ ਲੜਾਈ ਕਿਉਂ ਨਹੀਂ ਲੜਦੀ ਜੀ? ਸਹੀ ਹੈ। ਕਾਨੂੰਨੀ ਲੜਾਈਆਂ ਨਾਲ ਸਭ ਨੂੰ ਪਤਾ ਕਿ ਜਿਹੜੇ ਰਾਜਨੀਤਿਕ ਮਸਲੇ ਨੇ ਉਹ ਹੱਲ ਨਹੀਂ ਹੁੰਦੇ ਜੀ। ਅੱਜ ਇੱਥੇ ਤੁਸੀਂ ਪਾ ਲਓ, ਤੁਹਾਡੇ ਹੱਥ 'ਚ ਆ ਜੂ, ਅਗਲੇ ਉੱਪਰਲੀ 'ਚ ਪਾ ਲੈਣਗੇ, ਉੱਥੇ ਆ ਜੂ, ਫਿਰ ਰਾਸ਼ਟਰਪਤੀ ਚਲੇ ਜਾਓ, ਫਿਰ ਨਵੀਂ ਰਿਟ ਪੈ ਜੂ, ਫਿਰ ਨਵੀਂ ਰੋਕ ਲੱਗ ਜੂ, ਇਹ ਚੱਲੀ ਜਾਣਾ ਕੰਮ। ਚਲੋ ਆਪਾਂ ਸਰਕਾਰਾਂ ਨੂੰ ਇੱਕ ਪਾਸੇ ਰੱਖ ਕੇ ਗੱਲ ਕਰੀਏ ਜੀ। ਸੰਜੀਵ ਅਰੋੜਾ ਪਾਵਰਫੁਲ ਮੰਤਰੀ, ਇੰਨਾ ਪਾਵਰਫੁਲ ਕਿ ਉਹਦੇ ਵਿਭਾਗ ਤਾਂ ਵੰਡਤੇ, ਪਰ ਉਹ ਤੋਂ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰਨ ਦੀ ਹਿੰਮਤ ਨਹੀਂ ਹੋਈ ਜੀ। ਸਹੀ ਹੈ। ਇੰਨਾ ਪਾਵਰਫੁਲ। ਨਾ ਤਾਂ ਉਹਨੇ ਅਸਤੀਫਾ ਦਿੱਤਾ ਅਜੇ ਤੱਕ ਕਿ ਮੈਂ ਜਦੋਂ ਬੇਦਾਗ ਹੋ ਕੇ ਅੱਜ ਮੈਂ ਤਾਂ ਚਾਲ ਸੰਭਾਲੂਗਾ, ਮੈਂ ਅਸਤੀਫਾ ਦੇਣਾ ਮੰਤਰੀ ਉਹਦੇ ਤੋਂ। ਨਾ ਇਹਨਾਂ 'ਚ ਹਿੰਮਤ ਹੋਈ ਕਿ ਜਦੋਂ ਤੱਕ ਜੀ ਉਹ ਵਿਜੀਲੈਂਸ ਦੇ ਉੱਚ ਨੇ ਅਸੀਂ ਬਰਖਾਸਤ ਕਰਦੇ ਹਾਂ ਮੰਤਰੀ ਮੰਡਲ 'ਚੋਂ, ਅਸੀਂ ਮੰਤਰੀ ਮੰਡਲ 'ਚੋਂ ਬਾਹਰ ਕਰਦੇ ਹਾਂ, ਜਾਂ ਉਹੀ ਸਭੇ ਸ਼ਬਦ ਵੀ ਕਹਿਣਾ ਹੁੰਦਾ ਕਿ ਉਨੀ ਦੇ ਸਾਡੇ ਮੰਤਰੀ ਸਾਹਿਬ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹਿਣਗੇ। ਇੰਨੀ ਹਿੰਮਤ ਵੀ ਨਹੀਂ ਪੈ ਰਹੀ। ਨਾ ਵਿਭਾਗ ਵੰਡਤੇ, ਤਨਪ੍ਰੀਤ ਸੌਂਦ ਨੂੰ ਦੇਤਾ ਤੁਸੀਂ ਕਿ ਆ ਲੈ ਭਾਈ ਚੱਕ ਪਾਵਰ, ਹੈ ਨਾ, ਜੋਤ ਬੈਂਸ ਨੂੰ ਦੇਤਾ ਤੁਸੀਂ ਸਥਾਨਕ ਸਰਕਾਰਾਂ, ਅਮਨ ਅਰੋੜਾ ਨੂੰ ਦੇਤਾ ਤੁਸੀਂ ਉਦਯੋਗ ਜੀ। ਤੇ ਪਰ ਅਮਨ ਅਰੋੜਾ ਤਾਂ ਫੀਲਿੰਗ ਲੈ ਰਿਹਾ ਕਿ ਜਿਵੇਂ ਉਹ ਭਰਤ ਹੋਵੇ ਤੇ ਸੰਜੀਵ ਅਰੋੜਾ ਰਾਮ ਜੀ ਹੋਣ। ਸਹੀ ਹੈ।
ਤੁਹਾਨੂੰ ਚੇਤੇ ਹੋਣਾ, ਅਰਵਿੰਦ ਕੇਜਰੀਵਾਲ ਕਹਿੰਦਾ ਮੈਂ ਅੰਦਰੋਂ ਚਲਾਉਂ, ਬਿਲਕੁਲ ਸਤਿੰਦਰ ਜੈਨ ਕਹਿੰਦਾ ਮੈਂ ਅੰਦਰੋਂ ਚਲਾਉਂ। ਸਤਿੰਦਰ ਜੈਨ ਨੇ ਕਿੰਨੀ ਦੇਰ ਚਲਾਇਆ ਅੰਦਰੋਂ। ਪਹਿਲਾਂ ਮੰਗਾ ਲਓ ਜੀ, ਲੱਤਾਂ ਕੁੱਟਣ ਵਾਲੇ ਮੰਗਾ ਲਓ ਜੀ, ਮਸਾਜ ਕਰਨ ਵਾਲੇ ਮੰਗਾ ਲਓ ਜੀ, ਘਰੋਂ ਰੋਟੀ ਵਾਲਾ ਡੱਬਾ ਮੰਗਾ ਲਓ ਜੀ। ਉਹ ਮਨੀਸ਼ ਸਿਸੋਦੀਆ ਜਦੋਂ ਫੜਿਆ ਗਿਆ ਉਹ ਕਹਿੰਦਾ ਭਰਾਵਾ ਮੈਂ ਮੁੱਖ ਮੰਤਰੀ ਦਾ ਉਹਦਾ ਛੱਡਦਾ, ਤੂੰ ਤਾਂ ਮੰਤਰਾਲਾ ਛੱਡਦੇ ਹੋਣਾ। ਤਾਂ ਜਾ ਕੇ ਅਸਤੀਫਾ ਦਿੱਤਾ ਸੀ ਲੰਬੇ ਸਮੇਂ ਬਾਅਦ ਸਤਿੰਦਰ ਜੈਨ ਨੇ। ਤੇ ਫਿਰ ਕੇਜਰੀਵਾਲ ਕਹਿੰਦਾ ਮੈਂ ਅੰਦਰੋਂ ਚਲਾਉਂ। ਜਦੋਂ ਸਕੰਜਾ ਕਾਸ ਹੋ ਗਿਆ ਕਿ ਉਹਨੂੰ ਛੱਡਣਾ ਹੀ ਪੈਣਾ, ਫਿਰ ਕਹਿੰਦਾ ਮੈਂ ਆਤਸ਼ੀ ਨੂੰ ਬਣਾ ਦਿੰਦਾ। ਤੇ ਆਤਸ਼ੀ ਕਹਿੰਦੀ ਮੈਂ ਭਰਤ ਜੀ ਵਾਂਗ ਖੜਾਵਾਂ ਰੱਖਦੀ ਹਾਂ ਕੇਜਰੀਵਾਲ ਜੀ ਦੀਆਂ, ਕੇਜਰੀਵਾਲ ਜੀ ਰਾਮ ਹੋ ਗਏ। ਦੇਖ ਲਓ ਤੁਸੀਂ, ਮੈਂ ਤਾਂ ਜੀ ਕੁਰਸੀ ਤੇ ਨਹੀਂ ਬੈਠੂਗੀ, ਕੁਰਸੀ ਛੱਡ ਕੇ ਬੈਠੂਗੀ ਜੀ, ਮੈਂ ਤਾਂ ਆਪਣੀ ਕੁਰਸੀ ਬਖਸ਼ੀ ਜਾਊਂਗੀ। ਇਹ ਤਾਂ ਕੇਜਰੀਵਾਲ ਜੀ ਦੀ ਕੁਰਸੀ ਹੈ। ਇਧਰ ਕੱਲ ਜਦੋਂ ਅਹੁਦਾ ਸੰਭਾਲਿਆ ਉਦਯੋਗ ਵਿਭਾਗ ਵਾਲਾ ਅਮਨ ਅਰੋੜਾ ਨੇ ਜੀ, ਤਦ ਕਹਿੰਦੇ ਵੀ ਇਹ ਤਾਂ ਸੰਜੀਵ ਅਰੋੜਾ ਜੀ ਦਾ ਵਿਭਾਗ ਹੈ, ਮੈਂ ਤਾਂ ਉਹਦੀ ਸੇਵਾ ਕਰਾਂ, ਜਿੱਦਾਂ ਹੀ ਉਹ ਆਉਣਗੇ ਮੈਂ ਤਾਂ ਉਹਨਾਂ ਨੂੰ ਛੁਪਾ ਦੇਣਾ। ਮਤਲਬ ਕਮਾਲ ਹੈ। ਭ੍ਰਸ਼ਟਾਚਾਰਾਂ ਦੇ ਮਾਮਲਿਆਂ 'ਚ ਫਸ ਰਹੇ ਹੋ, ਸ਼ਰਾਬ ਘੁਟਾਲਿਆਂ 'ਚ ਫਸ ਰਹੇ ਹੋ, ਰਿਸ਼ਵਤਖੋਰੀ ਦੇ ਮਾਮਲਿਆਂ 'ਚ ਫਸ ਰਹੇ ਹੋ, ਟੈਕਸ ਚੋਰੀ ਦੇ ਮਾਮਲਿਆਂ 'ਚ ਫਸ ਰਹੇ ਹੋ, ਤੇ ਫੀਲਿੰਗਾਂ ਲੈ ਰਹੇ ਹੋ ਰਾਮ ਤੇ ਭਰਤ ਜੀ ਵਾਲੀਆਂ। ਸਹੀ ਹੈ, ਕਮਾਲ ਹੈ। ਹੁਣ ਸੰਜੀਵ ਅਰੋੜਾ ਤੋਂ ਇਹਨਾਂ ਦਾ ਮੰਤਰਾਲਾ ਵਾਪਸ ਨਾ ਲੈਣ ਦਾ ਕਾਰਨ ਕਿ ਮੰਤਰੀ ਮੰਡਲ ਦੀ ਕੁਰਸੀ ਡੱਠੀ ਰੱਖੂਗੀ। ਕੇਜਰੀਵਾਲ ਨੇ ਵੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੋਈ ਵਿਭਾਗ ਨਹੀਂ ਰੱਖਦਾ, ਮੰਤਰੀ ਬਣ ਜਾਣਾ। ਜੀ ਜੀ, ਬਿਆਨ ਸਿੰਘ ਦੀ ਸਰਕਾਰ 'ਚ ਬਿੱਟੇ ਨੂੰ ਵੀ ਬਿਨਾਂ ਵਿਭਾਗ ਤੋਂ ਮੰਤਰੀ ਬਣਾਤਾ ਸੀ ਬਿਆਨ ਸਿੰਘ ਨੇ, ਕਿਉਂਕਿ ਨਰਸਿਮਹਾ ਰਾਓ ਦੀ ਸਿਫਾਰਿਸ਼ ਸੀ। ਉਹ ਕਹਿੰਦਾ ਮੰਤਰੀ ਦਾ ਬਣਾ ਦੂ ਪਰ ਵਿਭਾਗ ਕੋਈ ਨਹੀਂ ਦੇਣਾ ਮੈਂ। ਉਹਦੀ ਵੀ ਜਿੱਦ ਸੀ। ਪਰ ਇੱਥੇ ਤਾਂ ਨਾ ਤੁਸੀਂ ਬਾਹਰ ਹੋ, ਨਾ ਤੁਸੀਂ ਕੇਜਰੀਵਾਲ ਹੋ, ਨਾ ਤੁਸੀਂ ਬਿੱਟਾ ਹੋ, ਤੇ ਤੁਹਾਡੇ ਉੱਤੇ ਈਡੀ ਦੀ ਰੇਡ ਆ ਤੇ ਤੁਸੀਂ ਈਡੀ ਦੀ ਗਿਰਫਤ 'ਚ ਹੋ। ਤੇ ਤੱਥ ਇਹ ਕਹਿੰਦੇ ਨੇ ਵੀ ਤੁਸੀਂ ਤਾਂ ਆਪ ਤਾਂ ਜੋ ਕੀਤਾ ਹੈ। ਉਹ ਕਹਿੰਦੇ ਇੱਕ ਮਜ਼ਦੂਰ ਦੇ ਨਾਂ ਤੇ ਵੀ 27 ਕਰੋੜ ਦਾ ਖੇਲਾ ਸਾਹਮਣੇ ਆ ਗਿਆ ਜੀ। ਸਹੀ, ਉਹਦੇ ਖਾਤਿਆਂ 'ਚ ਪਾਤੇ 27 ਕਰੋੜ। ਹੁਣ ਅਸੀਂ ਸਾਰਾ ਕੁਝ ਠੀਕ ਹੈ ਜੀ, ਪਰ ਕੇਜਰੀਵਾਲ ਤੇ ਭਗਵੰਤ ਮਾਨ ਦੀ ਹਿੰਮਤ ਨਹੀਂ ਹੋ ਰਹੀ ਕਿ ਸੰਜੀਵ ਅਰੋੜਾ ਨੂੰ ਕਹਿਣ ਕਿ ਤੇਰੀ ਕੁਰਸੀ ਮੰਤਰੀ ਮੰਡਲ ਤੋਂ ਬਾਹਰ ਕਰਤੀ। ਕਾਰਨ ਬਿਲਕੁਲ ਕੀ ਉਹਦੇ ਕੋਲ ਰਾਜ ਇੰਨੇ ਨੇ ਜਾਂ ਉਸਨੇ ਰਜਾਏ ਇੰਨੇ ਨੇ ਜੀ। ਸਹੀ ਹੈ। ਹੁਣ ਇਹ ਰਾਜ ਦਾ ਖੇਡ ਹੈ ਕਿ ਰਜਾਉਣ ਦਾ ਖੇਡ ਹੈ? ਸਹੀ ਹੈ, ਬਿਲਕੁਲ। ਸਵਾਲ ਤਾਂ ਇਹ ਹੈ। ਭੱਜਿਆ ਸੰਜੀਵ ਅਰੋੜਾ ਵੀ ਹਾਈ ਕੋਰਟ ਤੱਕ। ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਦੌੜ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਜੀ। ਤੁਸੀਂ ਇਹ ਦੇਖੋ ਕਿ ਉਹ ਰਜਿੰਦਰ ਗੁਪਤਾ ਤੇ ਰੇਡ ਹੋਈ ਕਿ ਜੀ ਉਹਦਾ ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨੇ ਕਨੈਕਸ਼ਨ ਕੱਟਤੇ, ਉਹ ਭੱਜਿਆ ਹਾਈ ਕੋਰਟ ਰਾਹਤ ਲੈਣ। ਉਹ ਸੰਦੀਪ ਪਾਠਕ FIR ਦਾ ਮਾਮਲਾ ਭੱਜਿਆ ਕਿ FIR ਨਹੀਂ ਲੱਭ ਰਹੀ ਜੀ ਇਹਨਾਂ ਨੂੰ, ਤਾਂ ਜੀ ਸਹੀ ਹੈ, ਉਹ ਗਿਆ ਹਾਈ ਕੋਰਟ। ਹਰਭਜਨ ਸਿੰਘ ਭੱਜਿਆ ਹਾਈ ਕੋਰਟ ਨੂੰ। ਅੱਛਾ, ਸੁਰੱਖਿਆ ਦਾ ਮਾਮਲਾ ਜੀ ਕਹਿੰਦੇ। ਹਰਚਰਨ ਸਿੰਘ ਭੁੱਲਰ ਨੇ ਟਿਕ ਰਿਹਾ। ਇਹ ਕਹਿੰਦਾ ਜੀ ਪਹਿਲਾਂ 2-3 ਵਾਰ ਕਰਿਆ, ਫਿਰ ਚਲਿਆ ਗਿਆ ਜੀ। CBI ਦਾ ਤਾਂ ਬਣਦਾ ਹੀ ਨਹੀਂ ਜੀ, ਮੇਰੇ ਤੇ ਕਾਰਵਾਈ CBI ਦਾ ਪੁੱਛ ਕੇ ਆਉਣੀ ਚਾਹੀਦੀ ਆ। ਠੀਕ ਹੈ। ਇਸੇ ਤਰ੍ਹਾਂ ਸੰਜੀਵ ਅਰੋੜਾ ਕਹਿੰਦਾ ਵੀ CBI ਦਾ ਬਣਦਾ ਹੀ ਨਹੀਂ ਕੇਸ, ਮੇਰੀ ਗ੍ਰਿਫਤਾਰੀ ਵੀ ਗੈਰ ਕਾਨੂੰਨੀ ਹੈ ਤੇ ਮੇਰਾ ਰਿਮਾਂਡ ਵੀ ਗੈਰ ਕਾਨੂੰਨੀ। ਅੱਛਾ, ਤੇ ਉਹ ਕਹਿੰਦੇ ਲਿਆਓ ਜੀ, ਈਡੀ ਨੂੰ ਕਹਿੰਦੇ ਲਿਆਓ ਜੀ, ਦੋ ਸਵਾਲ ਦਾ ਜਵਾਬ। ਈਡੀ ਕਹਿੰਦੀ ਵੀ ਸਾਨੂੰ ਸਮਾਂ ਚਾਹੀਦਾ। ਉਹ ਕਹਿੰਦਾ ਜੀ ਕਾਹਲੀ ਕਰੋ, 16 ਦਾ ਮੇਰਾ ਰਿਮਾਂਡ ਮੁੱਕ ਜਾਣਾ ਜੀ, ਮੇਰਾ ਦੁਬਾਰਾ ਲੈ ਲੈਣਗੇ ਰਿਮਾਂਡ। ਉਹ ਕਹਿੰਦੇ ਠੀਕ ਹੈ 2 ਦਿਨ ਬਾਅਦ, ਹੁਣ 14 ਨੂੰ ਦੁਬਾਰਾ ਸੁਣਵਾਈ ਆ ਜੀ। ਸੋ ਇਸ ਲਈ ਇਹ ਸਾਰੀ ਹਾਈ ਕੋਰਟ ਤੱਕ ਦੌੜ ਆਪਣੀ ਚਮੜੀ ਬਚਾਉਣ ਲਈ ਹੈ। ਜੇ ਤੁਸੀਂ ਰਾਜਨੀਤਿਕ ਲੀਡਰ ਹੋਵੋ ਤਾਂ ਇਹਨਾਂ ਮਸਲਿਆਂ ਦਾ ਦਮ ਰੱਖ ਕੇ ਸਾਹਮਣਾ ਕਰੋ, ਕਿਉਂਕਿ ਤੁਹਾਨੂੰ ਪਤਾ ਗਰਾਊਂਡ ਤੇ ਤੁਹਾਡੇ ਕੋਲ ਕੁਝ ਨਹੀਂ ਹੈਗਾ, ਤੁਹਾਡੀ ਪਿੱਠ ਉੱਤੇ ਲੋਕ ਆਉਣ ਵਾਲੇ ਨਹੀਂ ਹੈਗੇ। ਤੁਸੀਂ ਆਪਣਾ ਯਕੀਨ, ਭਰੋਸਾ ਸਭ ਗਵਾ ਚੁੱਕੇ ਹੋ, ਸਮੁੱਚਾ ਸਿਆਸੀ ਵਰਤਾਰਾ। ਸੋ ਇਸ ਲਈ ਇਹ ਅਦਾਲਤੀ ਪ੍ਰਕਿਰਿਆ ਤਹਿਤ, ਵਕੀਲਾਂ ਤਹਿਤ, ਪਟੀਸ਼ਨਾਂ ਤਹਿਤ, ਮੀਡੀਆ ਦੇ ਸਹਾਰੇ ਹੀ ਆਪਣੇ ਆਪ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਹੈ। ਲੋਕ ਕਚਹਿਰੀ 'ਚ ਹੁਣ ਸੱਚੇ ਬਣਨ ਨਾਲ ਵੀ ਔਖੇ ਹੋ ਗਏ। ਬਿਲਕੁਲ ਜੀ। ਅਗਲੀ ਗੱਲ ਕਰੀਏ, ਚੰਡੀਗੜ੍ਹ ਦੀ ਆਪਾਂ ਜ਼ਿਕਰ ਕਰਕੇ ਹਟੇ, ਹਾਈ ਕੋਰਟ ਦਾ ਜ਼ਿਕਰ ਕਰਕੇ ਹਟੇ, ਤਾਂ ਅਗਲੀ ਜਿਹੜੀ ਗੱਲ ਆ ਪੰਜਾਬ ਯੂਨੀਵਰਸਿਟੀ ਦੇ ਨਾਲ ਜਾ ਜੁੜਦੀ ਹੈ। ਪੰਜਾਬ ਯੂਨੀਵਰਸਿਟੀ ਦੇ ਬੋਰਡਾਂ ਦੇ ਉੱਤੇ ਜਿਹੜੇ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਕਾਲਖ ਫੇਰਨੀ ਪਈ ਹੈ ਜੀ। ਕੀ ਕਾਰਨ ਹੈ ਸ਼ਰਮਾ ਜੀ? ਪ੍ਰਵੀਨ ਜੀ, ਅਫਸੋਸਜਨਕ ਬੱਚਾ ਕਿ ਪੰਜਾਬ ਦੇ ਵਿੱਚ ਹੀ ਪੰਜਾਬੀ ਨਾਲ ਬਾਰ-ਬਾਰ ਵਿਤਕਰਾ, ਬਾਰ-ਬਾਰ ਧੱਕਾ ਉਹ ਸਾਨੂੰ ਝੱਲਣਾ ਪੈਂਦਾ। ਕੁਝ ਦਿਨ ਪਹਿਲੇ ਸਾਂਝੀ ਕਰਕੇ ਹਟੇ ਗੱਲ, ਉਹ ਬਿਲਕੁਲ ਆਪਾਂ ਆਰਮੀ ਸਕੂਲ ਵਾਲਾ ਮਾਮਲਾ ਆਪਾਂ ਲਗਾਤਾਰ ਬਾਤ ਰਹੇ ਹਾਂ। ਉਹ ਮਾਮਲਾ ਵੀ ਵੱਡਾ ਬਣਦਾ ਜਾ ਰਿਹਾ, ਕੁਝ ਤਰ੍ਹਾਂ ਸਾਹਮਣੇ ਆ ਰਹੀਆਂ, ਪ੍ਰਦਰਸ਼ਨ ਹੋਣ ਲੱਗੇ ਨੇ। ਪਰ ਸਵਾਲ ਤਾਂ ਉਹ ਕਹਿੰਦੇ ਜੀ ਕਿ ਆਰਮੀ ਸਕੂਲਾਂ ਦੀ ਥੋੜਾ ਪ੍ਰਾਈਵੇਟ ਸਕੂਲਾਂ ਦਾ ਵੀ ਹਾਲ ਇਹੀ ਹੈ। ਸਹੀ ਹੈ। ਸਵਾਲ ਤਾਂ ਇਹ ਵੀ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ 'ਚ ਗੱਲ ਕਰਦੇ ਨੇ, ਪੰਜਾਬੀ ਬੋਲਣੀ ਸ਼ਰਮ ਆਉਣ ਲੱਗ ਪਈ ਜੀ, ਹੈ ਨਾ। ਇਹ ਹੁਣ ਸਵਾਲ ਇਕੱਲਾ ਹਿੰਦੂ ਜਵਾਕਾਂ ਦਾ ਨਹੀਂ ਰਿਹਾ, ਸ਼ਹਿਰੀ ਸਿੱਖ ਜਵਾਕਾਂ ਦਾ ਵੀ ਹਾਲ ਹੈ ਜੀ। ਸੋ ਇਹ ਸਾਰੇ ਕਿਤੇ ਹੀ ਵਰਤਾਰਾ ਹੈ। ਇਹਦਾ ਮਤਲਬ ਇਹ ਗਲਮਾ ਜਿਹਾ ਫਿੱਟ ਕੀਤਾ ਜਾ ਰਿਹਾ, ਤੇ ਉਹ ਸਾਰੀ ਪ੍ਰਕਿਰਿਆ ਦੇ ਤਹਿਤ
ਪੰਜਾਬ ਤੋਂ ਪੰਜਾਬੀ ਬਾਹਰ ਕਰਨ ਦੀ ਕਵਾਇਦ ਹੈ, ਹੂੰ, ਚਾਹੇ ਉਹ ਆਰਮੀ ਸਕੂਲ ਨੇ, ਚਾਹੇ ਨਵੋਦਿਆ ਸਕੂਲ ਨੇ, ਚਾਹੇ ਪ੍ਰਾਈਵੇਟ ਸਕੂਲ ਨੇ। ਜੀ ਜੀ, ਸਾਰਿਆਂ ਨੇ ਤਰੀਕਾ ਅਪਣਾ ਲਿਆ ਕਿ ਪੰਜਾਬੀ ਤਾਂ ਜਿਵੇਂ ਗਵਾਰਾਂ ਦੀ ਭਾਸ਼ਾ ਹੋਵੇ। ਹੂੰ, ਬਾਹਰ ਮਤਲਬ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਬਾਬਾ ਫਰੀਦ ਦੀ ਬੋਲੀ, ਬਾਬਾ ਨਾਨਕ ਦੀ ਬੋਲੀ ਅਸੀਂ ਉਹਨੂੰ ਹੁਣ ਗਵਾਰਾਂ ਦੀ ਭਾਸ਼ਾ ਦੱਸਣ ਵਾਲੇ ਹੋ ਗਏ। ਦੱਸਣ ਵਾਲੇ ਹੋ ਗਏ। ਇੰਨਾ ਅਸੀਂ ਗਿਆਨ ਹਾਸਲ ਕਰ ਲਿਆ, ਮਤਲਬ ਸਹੀ ਹੈ। ਇਹ ਸਾਡੀ ਤਰੱਕੀ ਹੈ। ਹੂੰ, ਤੇ ਇਹ ਪੰਜਾਬ 'ਚ ਤਾਂ ਲੜਾਈ ਹੋਵੇ, ਆਪਣੇ ਆਪ ਸਵਾਲ ਹੈ ਕਿ ਸਾਡੇ ਕੋਲ ਭਾਸ਼ਾ ਐਕਟ ਹੈ, ਹੂੰ, ਹੂੰ, ਤੇ ਭਾਸ਼ਾ ਐਕਟ ਨੂੰ ਲਾਗੂ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਬਿਲਕੁਲ। ਆਰਮੀ ਸਕੂਲਾਂ ਵਾਲੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦੇ ਬੁਲਾਰੇ, ਨੁਮਾਇੰਦੇ ਮੀਡੀਆ 'ਚ ਆ ਕੇ ਪੋਸਟਾਂ ਪਾਉਂਦੇ ਨੇ, ਮੀਡੀਆ 'ਚ ਆ ਕੇ ਬਿਆਨ ਦਿੰਦੇ ਨੇ ਕਿ ਜੀ ਇਹ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ। ਸਰਕਾਰਾਂ ਨੇ ਨਿੰਦਾ ਕਰਨੀ ਹੁੰਦੀ ਜੀ ਸਹੀ ਹੈ। ਜੇ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੋਟਾਂ ਤੇ ਕਾਲਖ ਨਾ ਪੁੱਤਣੀ ਪੈਂਦੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਪੰਜਾਬ ਤੇ ਪੰਜਾਬੀ ਨਾਲ ਧੱਕਾ ਹੋ ਰਿਹਾ। ਕਦੇ ਉਹਦਾ ਕੇਂਦਰੀਕਰਨ ਕਰਨ ਦੀ ਕਵਾਇਦ ਕਰਦੇ ਨੇ, ਕਦੇ ਉੱਥੋਂ ਸੈਂਟ ਮਕਾਉਣ ਦੀ ਕੋਸ਼ਿਸ਼ ਕਰਦੇ ਨੇ, ਕਦੇ ਵਿਦਿਆਰਥੀਆਂ ਦੇ ਧਰਨੇ ਪ੍ਰਦਰਸ਼ਨਾਂ ਤੇ ਵੀ ਰੋਕ ਲਾਉਣ ਦੀ ਕਵਾਇਦ ਕਰਦੇ ਨੇ, ਹੈਨਾ। ਇਹ ਸਾਰੀ ਪ੍ਰਕਿਰਿਆ ਲਗਾਤਾਰ, ਕਦੇ ਦੁਬਾਰਾ ਹਰਿਆਣੇ ਵਾਲੇ ਕਾਲਜ ਪੜ੍ਹਨ ਨੂੰ ਕਿਉਂਕਿ ਆਪੇ ਭੱਜਿਆ ਸੀ ਹਰਿਆਣਾ ਛੱਡ ਕੇ, ਹੈਨਾ। ਇਹ ਸਾਰੀ ਪ੍ਰਕਿਰਿਆ ਦੇ ਤਹਿਤ ਇਹਦਾ ਕੇਂਦਰੀਕਰਨ ਕਰਨ ਦੀ ਜਿਹੜੀ ਕਵਾਇਦ ਆ, ਉਹਦੇ ਵਿੱਚ ਇੱਕ ਵਾਰ ਫੇਰ ਕੋਸ਼ਿਸ਼ ਹੋਈ ਹੈ। ਪੰਜਾਬ ਯੂਨੀਵਰਸਿਟੀ ਦਾ ਮਤਲਬ ਪੰਜਾਬ ਯੂਨੀਵਰਸਿਟੀ, ਤੇ ਉਹਦੇ ਉੱਤੇ ਸਭ ਤੋਂ ਉੱਪਰ ਪਹਿਲਾ ਹੱਕ ਸਾਡੀ ਮਾਂ ਬੋਲੀ ਪੰਜਾਬੀ ਦਾ ਬਣਦਾ। ਜੀ ਜੀ, ਚਾਹੇ ਉਹ ਬੋਰਡ ਹੋਣ, ਤਖਤੀਆਂ ਹੋਣ, ਵਿਭਾਗ ਹੋਣ, ਕੋਈ ਫੈਸਲਾ ਹੋਵੇ, ਕੁਛ ਹੋਵੇ, ਠੀਕ ਹੈ। ਉੱਥੇ ਹੋਰ ਸੂਬਿਆਂ ਦੇ ਜਵਾਕ ਆਉਂਦੇ ਨੇ, ਇਸ ਲਈ ਤੁਸੀਂ ਬਹੁ ਭਾਜੀ ਕਰਨਾ, ਥੱਲੇ ਲਿਖੋ ਹਿੰਦੀ ਅੰਗਰੇਜ਼ੀ, ਕੋਈ ਰੋਕਦਾ ਨਹੀਂ, ਪਰ ਤੁਸੀਂ ਕਹੋਗੇ ਪੰਜਾਬੀ ਸ਼ਾਮਲੇ ਨਹੀਂ ਕਰਾਂਗੇ, ਮਤਲਬ ਵੀ ਕੀ ਲਿਖਣੀ ਹੈ, ਸ਼ਾਮਲੇ ਨਹੀਂ ਕਰਾਂਗੇ, ਸਾਨੂੰ ਥੱਲੇ ਵੀ ਮਨਜ਼ੂਰ ਨਹੀਂ। ਪਹਿਲਾ ਨੰਬਰ, ਪਹਿਲੇ ਥਾਂ ਦੇ ਉੱਤੇ ਪੰਜਾਬੀ। ਜਦੋਂ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਵੀ ਬਣਾਉਣ ਨੂੰ ਤਿਆਰ ਨਹੀਂ ਦੱਸਾਂ, ਤੇ ਇਹਦਾ ਮਤਲਬ ਸਾਰੀ ਸਾਜ਼ਿਸ਼ ਦਾ ਇੱਕ ਹਿੱਸਾ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਭਗ ਲੰਬੀ ਜੱਦੋਜਹਿਦ ਤੋਂ ਬਾਅਦ ਬੋਰਡਾਂ ਦੇ ਉੱਤੇ ਪੰਜਾਬੀ ਨੂੰ ਪਹਿਲਾ ਸਥਾਨ ਬਹਾਲ ਹੋਇਆ। ਜੀ ਸਹੀ ਹੈ। ਉਹਦੇ ਵਿੱਚ ਸਭ ਦਾ ਵੱਖੋ ਵੱਖ ਰੋਲ ਹੈ, ਆਪੋ ਆਪਣਾ, ਸਭ ਦਾ ਧੰਨਵਾਦ ਹੈ। ਪਰ ਇਹਨਾਂ ਨੇ ਮੁੜ ਕੇ ਕੁਝ ਹੀ ਸ਼ਰਾਰਤ ਕੀਤੀ। ਲੰਘੇ ਦਿਨਾਂ 'ਚ ਇਹਨਾਂ ਨੇ ਕੁਝ ਕੁ ਵਿਭਾਗਾਂ ਦੇ, ਕੁਝ ਕੁ ਅਦਾਰਿਆਂ ਦੇ, ਕੁਝ ਕੁ ਥਾਵਾਂ ਦੇ ਬੋਰਡ ਨਵੇਂ ਲਾਏ, ਜੀ, ਜਿਵੇਂ ਨੇਮ ਪਲੇਟ ਵਾਲੀਆਂ ਫੱਟੀਆਂ ਹੁੰਦੀਆਂ ਨਾ, ਉਸ ਤਰ੍ਹਾਂ ਦੇ ਸਾਈਜ਼ ਦੇ ਵਿੱਚ ਲਿਆ ਕੇ ਲਾਤੇ, ਚੁੱਪ ਕਰ, ਠੀਕ ਹੈ। ਤੇ ਉਹਨਾਂ ਦੇ ਉੱਤੇ ਅੰਗਰੇਜ਼ੀ ਲਿਖਤੀ ਜਾਂ ਅੰਗਰੇਜ਼ੀ ਹਿੰਦੀ ਲਿਖਤੀ, ਪੰਜਾਬੀ ਲਿਖੀ ਹੋਣੀ। ਤੇ ਸੱਥ ਨਾਮ ਦੀ ਸੰਸਥਾ ਹੈਗੀ ਆ, ਜਾਂ ਕੁਝ ਹੋਰ ਵਿਦਿਆਰਥੀ ਵਿੰਗ ਹੈਗੇ, ਉਹਨਾਂ ਨੇ ਇਕੱਠਿਆਂ ਹੋ ਕੇ ਇਹਦਾ ਵਿਰੋਧ ਕੀਤਾ। ਠੀਕ ਹੈ ਜੀ। ਤੇ ਵਿਰੋਧ ਤੋਂ ਬਾਅਦ ਉਹਨਾਂ ਨੇ 2 ਦਿਨ ਦਾ ਅਲਟੀਮੇਟਮ ਦਿੱਤਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਿ 2 ਦਿਨ ਦਾ ਸਮਾਂ ਦਿੰਦੇ ਹਾਂ। ਹੁਣ ਮੁੰਡੇ ਕਹਿੰਦੇ ਵੀ ਕਿ ਅਸੀਂ 2 ਦਿਨ ਕੰਮ ਕਾਜ ਵਾਲੇ ਲੰਘਾਏ, ਇਕੱਲੇ 2 ਦਿਨ ਨਹੀਂ ਗਣੇ। ਵਰਕਿੰਗ ਡੇ ਜਿਹੜੇ ਹੁੰਦੇ ਨੇ ਸਿਸਟਮ ਦੇ ਤਹਿਤ, ਕਿ ਜੀ 2 ਦਿਨ ਕੰਮ ਕਾਜ ਵਾਲੇ ਲੰਘਾਏ, ਤੇ ਸ਼ਨੀ ਐਤਵਾਰ ਵੀ ਲੰਘੇ, 4 ਦਿਨ ਲੰਘੇ ਕਹਿੰਦੇ ਜੀ। 4 ਦਿਨਾਂ ਬਾਅਦ ਵੀ ਜਦੋਂ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ, ਫਿਰ ਉਹਨਾਂ ਨੇ ਸਪਰੇਅ ਲਿਆ, ਜਿਹੜਾ ਕਾਲੇ ਰੰਗ ਵਾਲਾ ਸਪਰੇਅ ਹੁੰਦਾ, ਉਹਨਾਂ ਬੋਰਡਾਂ ਦੇ ਉੱਤੇ, ਉਹਨਾਂ ਤਖਤੀਆਂ ਦੇ ਉੱਤੇ, ਉਹਨਾਂ ਨੇਮ ਪਲੇਟਾਂ ਦੇ ਉੱਤੇ, ਜਿੱਥੇ ਜਿੱਥੇ ਹੋਰ ਭਾਸ਼ਾ ਲਿਖਦੀ ਉਹਦੇ ਤੇ ਮਾਰ ਜੀ। ਤੁਹਾਨੂੰ ਯਾਦ ਹੋਣਾ, ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ ਸਮੇਂ ਰਾਸ਼ਟਰੀ ਮਾਰਗਾਂ ਦੇ ਉੱਤੇ ਕਾਲਖ ਪੋਤੀ ਸੀ, ਤਦ ਜਿਨ੍ਹਾਂ ਨੇ ਕਾਲਖ ਪੋਤੀ ਸੀ, ਕਾਰਵਾਈ ਉਹਨਾਂ ਦੀ ਹੋਈ, ਜਦੋਂ ਕਿ ਗਲਤੀ ਅਫਸਰਾਂ ਅਧਿਕਾਰੀਆਂ ਦੀ ਸੀ, ਕਿ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਬਣਦਾ ਉਹਦਾ ਸਥਾਨ ਨਹੀਂ ਦਿੱਤਾ, ਪਹਿਲੇ ਨੰਬਰ ਤੇ ਲਿਖਿਆ, ਜਾਂ ਲਿਖਿਆ ਹੀ ਨਹੀਂ, ਜਾਂ ਗਲਤ ਲਿਖਿਆ। ਉਹ ਕਾਰਵਾਈ ਅਫਸਰਾਂ ਦੇ ਹੋਣ ਦੀ ਬਜਾਏ ਕਾਲਖ ਪੋਥਣ ਵਾਲੇ ਤੇ ਹੋਈ। ਸੋ ਇਸ ਲਈ ਸਵਾਲ ਇੱਥੇ ਵੀ ਖੜਾ ਕਿ ਯੂਨੀਵਰਸਿਟੀ ਪ੍ਰਸ਼ਾਸਨ, ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਉਹਨਾਂ ਵਿਦਿਆਰਥੀਆਂ ਤੇ ਕੋਈ ਕਾਰਵਾਈ ਕਰ ਸਕਦਾ? ਹੁਣ ਉਹਨਾਂ ਨੇ ਤਾਂ ਜੋ ਕਰਨਾ ਸੀ ਕਰਤਾ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡਾ ਵਿਰੋਧ ਪ੍ਰਗਟਾਉਣ ਦਾ ਹੁਣ ਇਹੀ ਤਰੀਕਾ, ਸਾਡੇ ਕੋਲ ਹੋਰ ਬਚਦਾ ਕੀ। ਜੀ ਜੀ ਜੀ, ਸਹੀ ਹੈ, ਬਿਲਕੁਲ। ਜੀ ਹਾਂਜੀ, ਸ਼ਰਮਾ ਜੀ ਤੁਸੀਂ ਗੱਲ ਨੂੰ ਕੰਟੀਨਿਊ ਕਰੋ ਜੀ। ਜੀ ਪ੍ਰਵੀਨ ਜੀ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਆ ਰਹੀ ਹੈ ਜੀ। ਆਵਾਜ਼ ਆ ਰਹੀ ਹੈ ਪ੍ਰਵੀਨ ਜੀ? ਜੀ ਜੀ, ਆ ਰਹੀ ਹੈ ਤੁਹਾਡੀ ਪ੍ਰਵੀਨ ਜੀ। ਜਦੋਂ ਉਹਨਾਂ ਨੇ ਫੈਸਲਾ ਲੈ ਲਿਆ, ਤੇ ਫਿਰ ਇਹ ਹੈ ਕਿ ਹੁਣ ਸੰਸਥਾਵਾਂ ਦੀ, ਪੰਜਾਬ ਦੀਆਂ ਸੁਰੱਖਿਅਤ ਧਿਰਾਂ ਦੀ, ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੀ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਗੱਲ ਦੇ ਉੱਤੇ ਪਹਿਰੇਦਾਰੀ ਕਰਨ ਕਿ ਕਿਤੇ ਇਹ ਨਵੇਂ ਸਿਰੇ ਤੋਂ ਧੱਕਾ ਨਾ ਹੋ ਜਾਵੇ, ਨਵਾਂ ਕੋਈ ਮਾਮਲਾ ਨਾ ਬਣ ਜਾਵੇ। ਤੇ ਗੌਰ ਕਰਨ ਦੀ ਲੋੜ ਹੈ, ਔਰ ਪੰਜਾਬੀ ਨੂੰ ਬਣਦਾ ਉਹਦਾ ਸਥਾਨ ਦਿਵਾਉਣ ਦੇ ਲਈ, ਚਾਹੇ ਉਹ ਚੰਡੀਗੜ੍ਹ ਦੇ ਵਿੱਚ ਪਹਿਲੀ ਭਾਸ਼ਾ ਦਾ ਮਸਲਾ ਹੋਵੇ, ਚਾਹੇ ਯੂਨੀਵਰਸਿਟੀ 'ਚ ਪਹਿਲੇ ਸਥਾਨ ਦਾ ਮਸਲਾ ਹੋਵੇ, ਉਹਦੇ ਉੱਤੇ ਚਾਰਜਿੰਗ ਕਰਨੀ ਪੈਣੀ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਜਿਹੜੇ ਸਮਾਜ ਦੇ ਵਿੱਚ ਕੁਝ ਅਨੈਤਿਕ ਲੋਕ ਹੁੰਦੇ ਨੇ, ਜਿਹੜੇ ਸਮਾਜ ਦੀਆਂ, ਪਰਿਵਾਰ ਦੀਆਂ ਕਦਰਾਂ ਕੀਮਤਾਂ ਨੂੰ ਤਾਰ-ਤਾਰ ਕਰ ਦਿੰਦੇ ਨੇ। ਖਬਰ ਕਹਿ ਰਹੀ ਹੈ ਕਿ ਆਸ਼ਕ ਨੂੰ ਖੁਸ਼ ਕਰਨ ਦੇ ਲਈ ਮਾਂ ਨੇ ਆਪਣੀ ਹੀ ਧੀ ਪਰੋਸ ਦਿੱਤੀ ਜੀ। ਪ੍ਰਵੀਨ ਜੀ, ਅਫਸੋਸਜਨਕ ਖਬਰ ਹੈ।
ਸਾਂਝਿਆਂ ਕਰਦੇ ਆ ਵੀ ਮਤਲਬ ਇੱਕ ਵੱਖਰੀ ਤਰ੍ਹਾਂ ਦੀ ਪੀੜਗੀ ਮਹਿਸੂਸ ਹੁੰਦੀ ਹੈ ਕਿ ਅਸੀਂ ਕਿਹੋ ਜਿਹੇ ਰਿਸ਼ਤਿਆਂ ਦੀ ਗੱਲ ਕਰ ਰਹੇ ਸਹੀ ਹੈ ਜੀ। ਉਹ ਵੀ ਮਾਂ ਵਰਗਾ ਰਿਸ਼ਤਾ। ਜੀ ਜੀ। ਇੱਕ ਨਾਬਾਲਗ ਬੱਚੀ ਆਪਣੀ ਦਰਖਾਸਤ ਲੈ ਕੇ, ਆਪਣੀ ਪੀੜ ਲੈ ਕੇ ਥਾਣੇ ਜਾਂਦੀ ਹੈ। ਠੀਕ ਹੈ ਜੀ। ਉਹ ਕਹਿੰਦੀ ਪਿਛਲੇ 3 ਸਾਲ ਤੋਂ ਮੈਂ ਪੀੜ ਹੰਢਾ ਰਹੀ ਹਾਂ ਜੀ। ਤੇ ਹੁਣ ਅੱਤ ਹੋ ਗਈ, ਹੁਣ ਮੇਰੇ ਤੋਂ ਰੁਕ ਨਹੀਂ ਹੋਇਆ, ਇਸ ਲਈ ਮੈਂ ਤੁਹਾਡੇ ਕੋਲ ਆਈ ਹਾਂ। ਜੇ ਹੱਲ ਕਰ ਸਕਦੇ ਹੋ ਕਰ ਦੋ, ਨਹੀਂ ਫਿਰ ਪਤਾ ਨਹੀਂ ਮੈਂ ਕੀ ਕਰ ਬੈਠਾ। ਜੀ। ਉਹ ਬੱਚੀ 16 ਸਾਲ ਦੀ ਹੈ, 12ਵੀਂ ਚ ਪੜ੍ਹਦੀ ਹੈ ਜੀ। ਤੇ ਜੇ 3 ਸਾਲ ਤੋਂ ਹੰਢਾ ਰਹੀ ਹੈ ਤਾਂ ਮਤਲਬ 8ਵੀਂ 9ਵੀਂ ਜਮਾਤ ਤੋਂ ਇਹ ਦਰਦ ਹੰਢਾਉਂਦੀ ਆ ਰਹੀ। ਉਹ ਕਹਿੰਦੀ ਪਿਛਲੇ 12-13 ਸਾਲ ਤੋਂ ਮੇਰੀ ਮਾਂ ਦਾ ਕਿਸੇ ਹੋਰ ਬੰਦੇ ਨਾਲ, ਉਹਦਾ ਆਸ਼ਕ ਨਾਲ ਉਹਦਾ ਰਿਸ਼ਤਾ। ਠੀਕ ਹੈ ਜੀ। ਗੈਰ ਮਰਦ ਨਾਲ ਪਿਛਲੇ 12-13 ਸਾਲਾਂ ਤੋਂ। ਤੇ ਉਸ ਸਮੇਂ ਉਹ ਜਵਾਕੜੀ ਸੀ। ਤਾਂ ਹੁਣ ਜਦੋਂ 12-13 ਸਾਲ ਦੀ ਥੋੜੀ ਜਿਹੀ ਜਵਾਨੀ ਵੱਲ ਵਧੀ ਤਾਂ ਉਸ ਆਸ਼ਕ ਦੀ ਅੱਖ ਉਸ ਕੁੜੀ ਤੇ ਆਉਣ ਲੱਗ ਪਈ ਜੀ। ਤੇ ਉਹ ਕੁੜੀ ਦੇ ਕਹਿਣ ਅਨੁਸਾਰ, ਉਹਦੀ ਸ਼ਿਕਾਇਤ ਅਨੁਸਾਰ, ਕਿ ਉਹ ਮੇਰੀ ਮਾਂ ਨੂੰ ਧਮਕੀ ਦਿੰਦਾ ਕਿ ਨਹੀਂ ਤੈਨੂੰ ਛੱਡ ਦੂੰਗਾ, ਇਹਨੂੰ ਵੀ ਨਾਲ ਲਿਆਇਆ ਕਰ ਜੀ। ਤੇ ਆਪਣੇ ਆਸ਼ਕ ਨੂੰ ਖੁਸ਼ ਰੱਖਣ ਲਈ, ਉਹਦੇ ਨਾਲ ਰਿਸ਼ਤਾ ਕਾਇਮ ਰੱਖਣ ਲਈ ਕਹਿੰਦਾ ਜਬਰੀ ਮੇਰੀ ਮਾਂ ਮੈਨੂੰ ਨਾਲ ਲਿਜਾਉਣ ਲੱਗ ਪਈ। ਉਹ ਕਹਿੰਦਾ ਉਹ ਕੁੜੀ ਆਪਣੀ ਲਿਖਤ ਸ਼ਿਕਾਇਤ ਚ ਪੁਲਿਸ ਨੂੰ ਦੱਸਦੀ ਹੈ। ਪੁਲਿਸ ਦੇ SHO ਦੇ ਕਹਿਣ ਅਨੁਸਾਰ ਹੈ ਨਾ, ਉਹ ਕਹਿੰਦੇ ਕਿ ਜਦੋਂ ਉਸ ਬੱਚੀ ਨੇ ਸ਼ਿਕਾਇਤ ਕੀਤੀ, ਉਹ ਕਹਿੰਦੀ ਕਿ ਮਾਂ ਮੈਨੂੰ ਜਬਰੀ ਕਾਰ ਚ ਬਿਠਾ ਕੇ ਨਾਲ ਲੈ ਕੇ ਜਾਂਦੀ ਸੀ ਤੇ ਉਹ ਕਾਰ ਚ ਹੀ ਮੇਰੇ ਨਾਲ ਬਦਤਮੀਜੀ, ਛੇੜਖਾਨੀ, ਜੇ ਮੈਂ ਵਿਰੋਧ ਕਰਦਾ ਸੀ ਤਾਂ ਮੈਨੂੰ ਕੁੱਟਦੇ ਵੀ ਸੀ। ਸੋ ਸਰੀਰਕ ਤੇ ਮਾਨਸਿਕ ਸ਼ੋਸ਼ਣ ਚੋਂ ਮੈਂ ਲੰਘ ਰਹੀ ਸੀ, ਕਹਿੰਦੀ ਲਗਾਤਾਰ। ਮਤਲਬ ਇੱਕ ਤਰ੍ਹਾਂ ਨਾਲ ਉਹਨੂੰ ਤਿਆਰ ਕੀਤਾ ਜਾ ਰਿਹਾ ਸੀ ਕਿ ਤੂੰ ਵੀ ਇਸ ਗੰਦ ਦੇ ਵਿੱਚ ਆ ਜਾ। ਤੇ ਕਹਿੰਦੀ ਕਿ ਹੁਣ ਹੱਦ ਹੋ ਗਈ, ਮੈਨੂੰ ਨਾਲ ਲੈ ਜਾਂਦੇ ਨੇ ਤੇ ਮੇਰੇ ਸਾਹਮਣੇ ਸਰੀਰਕ ਸੰਬੰਧ ਬਣਦੇ ਨੇ ਜੀ। ਉਹ ਸੋਚੋ ਉਸ ਬੱਚੀ ਦੇ ਮਨ ਤੇ ਕੀ ਬੀਤਦੀ ਹੋਈ ਉਸ ਸਮੇਂ। ਤੇ ਆਖਰ ਉਹਨੇ ਪੁਲਿਸ ਕੋਲ ਆ ਕੇ ਸ਼ਿਕਾਇਤ ਕੀਤੀ। ਪੁਲਿਸ ਨੇ ਉਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਉਹ ਦੋਵਾਂ ਨੂੰ ਫੜ ਲਿਆ, ਉਹਦੀ ਮਾਂ ਨੂੰ ਵੀ ਤੇ ਉਹਦੇ ਆਸ਼ਕ ਨੂੰ ਜੀ। ਇਹ ਮਾਮਲਾ ਮਲੋਟ ਨਾਲ ਸੰਬੰਧਿਤ ਹੈ ਜੀ। ਮਾਫ ਕਰਨਾ, ਪਠਾਨਕੋਟ ਨਾਲ ਸੰਬੰਧਿਤ ਹੈ ਜੀ ਜੀ। ਪਠਾਨਕੋਟ ਖੇਤਰ ਨਾਲ ਸੰਬੰਧਿਤ ਹੈ ਇਹ ਖਬਰ। ਸੋ ਹੁਣ ਉਹ ਦੋਏ ਜੋੜਾ ਪੁਲਿਸ ਦੀ ਗਿਰਫਤ 'ਚ ਹੈ। ਠੀਕ ਹੈ, ਉਸ ਬੱਚੀ ਦੀ ਸ਼ਿਕਾਇਤ ਦੇ ਆਧਾਰ ਤੇ ਇਨਕੁਆਇਰੀ ਹੋਣੀ ਹੈ ਕਿ ਇਹੀ ਮਾਮਲਾ ਕੁਝ ਹੋਰ ਤਾਂ ਨਹੀਂ, ਕਿਤੇ ਕੁਝ ਹੋਰ ਕੋਈ ਝੋਲ ਮੋਲ ਤਾਂ ਨਹੀਂ ਜੀ ਜੀ। ਪਰ ਇੱਕ ਬੱਚੀ ਇਸ ਹੱਦ ਤੱਕ ਏਦਾਂ ਨਹੀਂ ਜਾ ਸਕਦੀ, ਕੁਝ ਹੋਇਆ ਹੁੰਦਾ ਤਾਂ ਦੇ ਉਹ ਇਸ ਸਿੱਟੀ ਤੋਂ ਲੰਘਦੀ ਹੈ। ਆਪਣੇ ਆਪ ਨੂੰ ਸਾਹਮਣੇ ਰੱਖ ਕੇ ਇਹੋ ਜਿਹਾ ਕੁਝ ਕਹਿਣਾ ਜਿਗਰਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਸੋ ਹੁਣ ਉਹ ਅੰਦਰ ਨੇ ਤੇ ਪਰ ਅਫਸੋਸ ਹੋ ਰਿਹਾ ਕਿ ਅਸੀਂ ਰਿਸ਼ਤਿਆਂ ਨੂੰ ਲੈ ਕੇ, ਕਦਰਾਂ ਕੀਮਤਾਂ ਨੂੰ ਲੈ ਕੇ, ਮਾਂ ਧੀ ਦੇ ਰਿਸ਼ਤੇ ਨੂੰ ਲੈ ਕੇ, ਜੇ ਮਾਂ ਦੀ ਕੁੱਖ 'ਚ ਪਲੀ ਹੋਈ ਬੱਚੀ ਆਪਣੀ ਉਹ ਮਾਂ ਦੀ ਛਤਰ ਛਾਇਆ 'ਚ ਸੁਰੱਖਿਅਤ ਨਹੀਂ, ਫਿਰ ਕਿੱਥੇ ਸੁਰੱਖਿਅਤ ਹੈ? ਇਹ ਵੱਡਾ ਫਿਕਰ ਜੀ। ਬਿਲਕੁਲ ਸ਼ਰਮਾ ਜੀ, ਆਪਾਂ ਅਕਸਰ ਹੀ ਜਦੋਂ ਕੋਈ ਪੁਲਿਸ ਮੁਲਾਜ਼ਮ ਕਿਸੇ ਨਾਲ ਵਧੀਕੀ ਕਰਦਾ, ਜਦੋਂ ਆਪਾਂ ਇਸ ਤਰ੍ਹਾਂ ਦੀਆਂ ਖਬਰਾਂ ਸ਼ੇਅਰ ਕਰਦੇ ਹਾਂ ਤਾਂ ਆਪਾਂ ਇਹ ਸਵਾਲ ਚੁੱਕਦੇ ਹਾਂ ਕਿ ਜੇਕਰ ਸਿਸਟਮ ਦੇ ਵਿੱਚ ਨਿਆਂ ਦੇਣ ਵਾਲੀਆਂ ਧਿਰਾਂ ਕੋਲੇ ਜਾ ਕੇ ਹੀ ਕਿਸੇ ਦਾ ਸ਼ੋਸ਼ਣ ਹੋਊਗਾ ਤੇ ਸਿਸਟਮ ਦੇ ਵਿੱਚ ਨਿਆਂ ਸਮਾਜ ਦੇ ਵਿੱਚ ਕਿਵੇਂ ਬਚੂਗਾ? ਤੇ ਪਰ ਜੇਕਰ ਘਰ ਦੀਆਂ ਕੰਧਾਂ ਹੀ ਖਾਣ ਲੱਗ ਪੈਣ ਬੰਦੇ ਨੂੰ, ਜੇਕਰ ਖੇਤੀਬਾੜ ਨੂੰ ਖਾਣ ਲੱਗ ਪਏ ਤੇ ਫਿਰ ਖੇਤ ਬਚੂਗਾ ਕਿਵੇਂ? ਵਾੜੀ ਖੇਤ ਨੂੰ ਖਾਣ ਲੱਗ ਪਏ ਜੀ। ਉਹ ਆਟੇ ਦਾ ਦੀਵੇ ਵਰਗੀ ਹੁੰਦੀ ਹੈ ਔਰਤ, ਅੰਦਰ ਰੱਖੋ ਤਾਂ ਚੂਹੇ ਕੁਤਰ ਜਾਂਦੇ ਨੇ, ਬਾਹਰ ਰੱਖੋ ਤਾਂ ਕਾਂ ਚੱਕ ਕੇ ਲੈ ਜਾਂਦੇ ਨੇ। ਸੋ ਇਹ ਹਾਲ ਆ। ਪਰ ਧੰਨਵਾਦ ਉਸ ਥਾਣੇ ਦਾ, ਉਹਨਾਂ ਅਧਿਕਾਰੀਆਂ ਦਾ, ਉਸ ਪੁਲਿਸ ਵਾਲਿਆਂ ਦਾ, ਜਿਨ੍ਹਾਂ ਨੇ ਉਸ ਬੱਚੀ ਦੀ ਗੱਲ ਸੁਣੀ, ਉਹਨੂੰ ਦਰਦ ਮਹਿਸੂਸ ਕੀਤਾ ਤੇ ਤੁਰੰਤ ਕਾਰਵਾਈ ਕਰਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ। ਹੁਣ ਅਦਾਲਤ 'ਚ ਜੋ ਪ੍ਰਕਿਰਿਆ ਚੱਲੂਗੀ ਵੱਖਰੀ ਗੱਲ, ਨਹੀਂ ਤਾਂ ਕਈ ਵਾਰ ਸੁਣਵਾਈ ਹੁੰਦੀ ਹੈ ਮਾਮਲੇ। ਬਿਲਕੁਲ ਜੀ, ਕੁਝ ਚੀਜ਼ਾਂ ਕਰਕੇ ਸਮਾਜ ਦਾ ਪਤਨ ਬਚਿਆ ਹੋਇਆ ਸ਼ਰਮਾ ਜੀ, ਨਹੀਂ ਤਾਂ ਸਮਾਜ ਦੇ ਅਜਿਹੇ ਅੰਸਰ ਤਾਂ ਸਮਾਜ ਨੂੰ ਗਰਕ ਬਣਾ ਦੇਣ, ਨਰਕ ਬਣਾ ਦੇਣ, ਲੋਕਾਂ ਦੀ ਜ਼ਿੰਦਗੀ ਜਮਾਂ ਬਿਲਕੁਲ ਜਿਉਣਾ ਦੁੱਭਰ ਕਰ ਦੇਣ। ਤਾਂ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਜਾਬ DSA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਸਤਿ ਸ਼੍ਰੀ ਅਕਾਲ।